ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜੈਸੇ ਖਾਂਡ ਚੂਨ ਘ੍ਰਿਤ, ਹੋਤ ਘਰ ਬਿਖੈ ਪੈ। ਪਾਹੁ ਨਾ ਕੈ ਆਏ, ਪੂਰੀ ਕੈ ਖਵਾਏ ਖਾਈਐ। ਜੈਸੇ ਚੀਰ ਹਾਰ ਮੁਕਤਾ, ਕਨਕ ਅਭਰਨ ਪੈ। ਬਿਆਹੋ ਕਾਜ ਸਾਜ, ਤਨ ਸੋ ਜਨ ਦਿਖਾਈਐ। ਜੈਸੇ ਹੀਰਾ ਮਾਨਿਕ, ਅਮੋਲ ਹੋਤ ਹਾਟ ਹੀ ਮੈਂ। ਗਾਹਕੈ ਦਿਖਾਏ ਬਿੜਤਾ, ਬਿਸੇਖ ਪਾਈਐ। ਤੈਸੇ ਗੁਰਬਾਣੀ ਲਿਖ, ਪੋਥੀ ਬਾਂਧ ਰਾਖੀਅਤ। ਮਿਲ ਗੁਰ ਸਿੱਖ, ਪੜ੍ਹ ਸੁਨ ਲਿਵ ਲਾਈਐ। ਤੈਸੇ ਗੁਰਬਾਣੀ ਲਿਖ, ਪੋਥੀ ਬਾਂਧ ਰਾਖੀਅਤ। ਮਿਲ ਗੁਰ ਸਿੱਖ, ਪੜ੍ਹ ਸੁਨ ਲਿਵ ਲਾਈਐ। ਸੁਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਹ ਕੁਰਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਦ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰਾ ਨਾਏ, ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ। ਜੀਵਾ ਤੇਰਾ ਨਾਏ, ਮਨ ਆਨੰਦ ਹੈ ਜੀਓ। ਸਾਚੋ ਸਾਚਾ ਨਾਉ, ਗੁਣ ਗੋਬਿੰਦ ਹੈ ਜੀਓ। ਗੁਰ ਗਿਆਨ ਅਪਾਰਾ, ਸਿਰਜਨਹਾਰਾ। ਜਿਨ ਸਿਰਜੀ ਤਿਨ ਗੋਈ, ਪਰਵਾਣਾ ਆਇਆ ਹੁਕਮ ਪਠਾਇਆ। ਫੇਰ ਨਾ ਸਕਾ ਕੋਈ, ਆਪੇ ਕਰ ਵੇਖਾ ਸਿਰ ਸਿਰ ਲਿਖਾ। ਆਪੇ ਸੁਰਤ 부ਝਾਈ
ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸਚੀ ਨਾਈ। ਆਪੇ ਘਰ ਵੇਖਾ ਸਿਰ ਸਿਰ ਲੇਖਾ ਆਪੇ ਸੁਰਤ 부ਝਾਈ। ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਕੇ ਸਰਬੱਤ ਮਾਈ ਭਾਈ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਸਰਵਣ ਕਰਨ ਦੇ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਜੀ ਵਿਖੇ ਪਹੁੰਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਦੀਆਂ ਪਿਆਸਾਂ ਬੁਝਾ ਰਹੇ ਹਾਂ। ਸਤਿਗੁਰੂ ਜੀ ਦੇ ਮਹਾਨ ਅਸਥਾਨਾਂ ਦੇ ਉੱਤੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਕੇ ਮਨ ਬਿਰਤੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਅੱਜ ਅੰਮ੍ਰਿਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਜੋ ਇਲਾਹੀ ਰੱਬੀ ਫਰਮਾਨ ਜਾਰੀ ਕੀਤਾ ਹੈ ਤੇ ਅਸੀਂ ਇੱਥੇ ਨਿਮਾਣੀ ਜੀ ਕੋਸ਼ਿਸ਼ ਵਜੋਂ ਇਸ ਮੁੱਖ ਵਾਕ ਨੂੰ ਸਮਝਣ ਦੇ ਵਾਸਤੇ ਇਸ ਦੀ ਸਾਨੂੰ ਸੋਝੀ ਪੈ ਜਾਵੇ, ਅਸੀਂ ਜੀਵਨ ਦੇ ਵਿੱਚ ਇਸ ਦੀ ਕਮਾਈ ਕਰ ਸਕੀਏ, ਉਸ ਵਾਸਤੇ ਅਸੀਂ ਇੱਥੇ ਜੁੜ ਬੈਠੇ ਹਾਂ। ਅੱਜ ਦਾ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਬਖਸ਼ਿਆ ਹੈ। ਸੱਚੇ ਪਾਤਸ਼ਾਹ ਜੀ ਅੱਜ ਨਾਮ ਦੀ ਮਹਿਮਾ ਦਾ ਵਿਖਿਆਨ ਕਰਦੇ ਨੇ। ਨਾਮ ਦੇ ਜੁੜਨ ਦੇ ਨਾਲ ਜੀਵ ਦੇ ਮਨ ਦੇ ਵਿੱਚ ਸਦਾ ਆਨੰਦ ਹੋ ਜਾਂਦਾ ਹੈ। ਇਸ ਦਾ ਸਤਿਗੁਰੂ ਜੀ ਸਾਨੂੰ ਕਥਨ ਕਰਦੇ ਨੇ। ਸਾਡੇ ਜੀਵਨ ਮਨੋਰਥ ਦੇ ਵਾਸਤੇ ਸਾਨੂੰ ਸੋਝੀ ਪਾਉਂਦੇ ਨੇ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਜੀਵਾ ਤੇਰਾ ਨਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਹੁਕਮਨਾਮਾ ਨਵੀਨ ਸਵਰੂਪਾਂ ਉੱਪਰ 688 ਅੰਗ ਤੇ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੀਵਾ ਤੇਰੇ ਨਾਏ। ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਅਕਾਲ ਪੁਰਖ, ਮੈਂ ਤੇਰਾ ਨਾਮ ਲੈ ਕਰਕੇ, ਮੈਂ ਤੇਰੇ ਨਾਮ ਦੇ ਵਿੱਚ ਜੁੜ ਕਰਕੇ ਜਿਉਂਦੀ ਹਾਂ। ਨਾਮ ਦੇ ਨਾਲ ਹੀ ਅਸਲ ਦੇ ਵਿੱਚ ਜੀਵਨ ਹੈ। ਨਾਮ ਤੋਂ ਬਿਨਾਂ ਸਾਰੇ ਹੀ ਮਨੁੱਖ ਮਰੇ ਹੋਏ ਹਨ। ਸਤਿਗੁਰੂ ਜੀ ਦਾ ਫਰਮਾਨ, ਸਤਿਗੁਰੂ ਜੀ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਅਸਲੀ ਜੋ ਜੀਵਨ ਦਾ ਰਾਹ ਹੈ, ਜੋ ਜੀਵਨ ਦਾ ਮਨੁੱਖ ਦਾ ਇੱਥੇ ਆਉਣ ਦਾ ਮਕਸਦ ਹੈ, ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ।
ਇੱਕ ਅਕਾਲ ਪੁਰਖ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਵਿੱਚ ਹੀ ਇੱਥੇ ਆਨੰਦ ਹੈ। ਤੇ ਜੀਵਨ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਨੂੰ ਜਪਣ ਵਾਲਿਆਂ ਨੂੰ ਹੀ ਜਿਉਂਦਿਆਂ ਵਿੱਚ ਗਿਣਦੇ ਹਨ। ਮਨ ਆਨੰਦ ਹੈ ਜੀਓ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨਾਮ ਨੂੰ ਜਪ ਕੇ ਸਾਡੇ ਮਨ ਦੇ ਵਿੱਚ ਆਨੰਦ ਹੈ। ਆਨੰਦ ਕਿਹੋ ਜਿਹਾ ਹੁੰਦਾ, ਇਹ ਸਾਨੂੰ ਮਹਾਨ ਪਵਿੱਤਰ ਸਿੱਖ ਤਵਾਰੀਖ ਦੇ ਵਿੱਚੋਂ ਸੋਝੀ ਪੈਂਦੀ। ਸਭ ਤੋਂ ਪਹਿਲਾਂ ਤਾਂ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਜਦੋਂ ਤੱਤੀ ਤਵੀ ਦੇ ਉੱਤੇ ਬੈਠੇ ਉਦੋਂ ਵੀ ਨਾਮ ਦਾ ਆਨੰਦ ਮਾਣ ਰਹੇ ਹਨ। ਤੱਤੀ ਲੋਹ ਦਾ ਕੋਈ ਸੇਕ ਨਹੀਂ, ਤੱਤੀ ਲੋਹ ਦਾ ਕੋਈ ਖੌਫ ਨਹੀਂ, ਕੋਈ ਡਰ ਨਹੀਂ, ਕਿਸੇ ਵੀ ਤਰ੍ਹਾਂ ਦਾ ਮਨ ਡੋਲ ਨਹੀਂ ਰਿਹਾ। ਮਨ ਇੱਕ ਰਸ ਆਨੰਦ ਦੇ ਵਿੱਚ ਹੈ। ਕਿਉਂਕਿ ਸਰੀਰ ਆਪਣਾ ਅਕਾਲ ਪੁਰਖ ਵਾਹਿਗੁਰੂ ਨੂੰ ਭੇਟਾ ਕਰ ਦਿੱਤਾ ਹੈ। ਆਪ ਅਕਾਲ ਰੂਪ ਹੋ ਕਰਕੇ ਦੁਨੀਆ ਦੇ ਭਲੇ ਦੇ ਵਾਸਤੇ, ਦੁਨੀਆ ਨੂੰ ਸਮਝਾਉਣ ਦੇ ਵਾਸਤੇ, ਸਹੀ ਮਾਰਗ ਦੇ ਉੱਤੇ ਪਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਸ਼ਹਾਦਤਾਂ ਦਾ ਜਿਹੜਾ ਜਾਮ ਹੈ ਉਹ ਪੀ ਰਹੇ ਨੇ। ਸਤਿਗੁਰੂ ਸਾਹਿਬ ਜੀ ਨੇ ਜਿਹੜੇ ਵੀ ਸਿੱਖਾਂ ਨੇ ਨਾਮ ਦੇ ਵਿੱਚ ਆਪਣਾ ਆਪ ਰੰਗ ਕਰਕੇ ਗੁਰਾਂ ਦੇ ਹੁਕਮਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕਰਕੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਂਦੀ ਤੇ ਸਦਾ ਆਪਣਾ ਜੋ ਮਨ ਹੈ, ਜੋ ਆਪਣੀ ਰੂਹ ਹੈ, ਆਤਮਾ ਹੈ, ਉਸ ਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ। ਉਹਨਾਂ ਦੇ ਮਨ ਵਿੱਚ ਆਨੰਦ ਹੋ ਗਿਆ। ਆਨੰਦ ਕਿਹੋ ਜਿਹਾ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਬੰਦ ਕਟਾਉਣ ਦੇ ਬਾਵਜੂਦ ਵੀ ਜਲਾਦ ਨੂੰ ਦੱਸ ਰਹੇ ਨੇ ਕਿ ਬੰਦ ਗੁੱਟ ਤੋਂ ਨਹੀਂ, ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ, ਇੱਥੋਂ ਕੱਟ। ਉਹ ਆਨੰਦ ਹੈ ਜਿਹਦੇ ਵਿੱਚ ਮੌਤ ਦਾ ਵੀ ਕੋਈ ਖੌਫ ਨਹੀਂ ਰਹਿੰਦਾ। ਸਰੀਰ ਦੇ ਜਿਹੜੇ ਦੁੱਖ ਨੇ ਉਹਨਾਂ ਤੋਂ ਬੰਦਾ ਉਤਾਂਹ ਉੱਠ ਜਾਂਦਾ, ਮਾਨ ਤਨ ਧਨ ਅਕਾਲ ਪੁਰਖ ਨੂੰ ਅਰਪਣ ਕਰ ਦਿੰਦਾ ਹੈ। ਅਜਿਹਾ ਆਨੰਦ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ। ਸਾਚੋ ਸਾਚਾ ਨਾਉ। ਸੱਚੇ ਪਾਤਸ਼ਾਹ ਜੀ ਦਾ ਥਿਰ ਰਹਿਣ ਵਾਲਾ ਨਾਮ ਹੈ। ਸਤਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਵਸਤੂ ਥਿਰ ਰਹਿਣ ਵਾਲੀ ਨਹੀਂ, ਸੱਚੀ ਨਹੀਂ। ਸੱਚੇ ਅਕਾਲ ਪੁਰਖ ਦਾ ਸੱਚਾ ਨਾਮ ਹੀ ਦੁਨੀਆ ਵਿੱਚ ਵਰਤ ਰਿਹਾ ਹੈ। ਗੁਣ ਗੋਬਿੰਦ ਹੈ ਜੀਓ। ਅਕਾਲ ਪੁਰਖ ਦੇ ਹੀ ਸਾਰੇ ਗੁਣ ਦੁਨੀਆ ਦੇ ਅੰਦਰ ਵਰਤ ਰਹੇ ਨੇ। ਉਹੀ ਇਸ ਦੁਨੀਆ ਨੂੰ ਪੈਦਾ ਕਰਨ ਵਾਲਾ, ਉਹੀ ਸਿਰਜਣਹਾਰਾ ਹੈ। ਉਸ ਦੇ ਗੁਣਾਂ ਨਾਲ ਹੀ ਸਾਰੀ ਦੁਨੀਆ ਚੱਲ ਰਹੀ ਹੈ। ਗੁਰ ਗਿਆਨ ਅਪਾਰਾ ਸਿਰਜਣਹਾਰਾ। ਇਹ ਜੋ ਗਿਆਨ ਹੈ, ਇਹਨਾਂ ਗੱਲਾਂ ਦੀ ਸੋਝੀ ਗੁਰੂ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਕੇ ਗੁਰੂ ਦੇ ਗਿਆਨ ਦੇ ਨਾਲ ਆਉਂਦੀ ਹੈ। ਗਿਆਨ ਦੁਨੀਆ ਤੇ ਕਈ ਤਰ੍ਹਾਂ ਦੇ ਨੇ। ਅਸੀਂ ਦੁਨਿਆਵੀ ਪੜ੍ਹਾਈਆਂ ਨੂੰ ਅੱਜ ਕੱਲ੍ਹ ਵੱਧ ਤਰਜੀਹ ਦਿੰਦੇ ਹਾਂ। ਸਕੂਲਾਂ ਕਾਲਜਾਂ ਦੇ ਵਿੱਚ ਬੰਦੇ ਨੂੰ ਉਹਦਾ ਜੀਵਨ ਮਨੋਰਥ ਨਹੀਂ ਸਮਝਾਇਆ ਜਾਂਦਾ। ਉੱਥੇ ਤਾਂ ਕੇਵਲ ਤੇ ਕੇਵਲ ਪਦਾਰਥਵਾਦੀ ਪੜ੍ਹਾਈ ਕਰਾਈ ਜਾਂਦੀ ਹੈ ਕਿ ਕਿਵੇਂ ਪਦਾਰਥਾਂ ਨੂੰ ਪੈਦਾ ਕਰਨਾ, ਕਿਵੇਂ ਨਵੀਆਂ ਕਾਢਾਂ ਕੱਢਣੀਆਂ, ਕਿਵੇਂ ਪੜ੍ਹਾਈ ਕਰਕੇ ਜੋ ਪਦਾਰਥਵਾਦ ਦਾ ਪਸਾਰਾ ਹੈ ਉਸ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਧੁਰੋਂ ਅਕਾਲ ਪੁਰਖ ਦੁਨੀਆ ਦੇ ਮਾਲਕ ਵਾਹਿਗੁਰੂ ਵੱਲੋਂ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਆਈ, ਉਸ ਦਾ ਗਿਆਨ ਗੁਰਾਂ ਦੀ ਬਾਣੀ ਸਾਨੂੰ ਦਿੰਦੀ ਹੈ। ਗੁਰੂ ਦਾ ਜਿਹੜਾ ਗਿਆਨ ਹੈ ਉਹ ਸੱਚਾ ਤੀਰਥ ਹੈ। ਗੁਰੂ ਦੇ ਗਿਆਨ ਨਾਲੋਂ ਉੱਤਮ ਗਿਆਨ ਦੁਨੀਆ ਤੇ ਕੋਈ ਵੀ ਨਹੀਂ। ਕਿਸੇ ਵੀ ਤਰ੍ਹਾਂ ਦਾ ਵਿਗਿਆਨ ਉਹ ਗੁਰੂ ਦੇ ਜੋ ਗਿਆਨ ਹੈ, ਪਵਿੱਤਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ, ਉਸ ਦੇ ਨਾਲੋਂ ਉਤਾਂਹ ਨਹੀਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਗੁਰੂ ਦੇ ਗਿਆਨ ਨਾਲ ਜੁੜ ਕਰਕੇ
ਵਾਹਿਗੁਰੂ ਦੇ ਨਾਮ ਦੇ ਵਿੱਚ ਅਭੇਦਤਾ ਪ੍ਰਾਪਤੀ ਲਈ ਅਰਦਾਸ ਕਰਨੀ ਚਾਹੀਦੀ ਹੈ। ਗੁਰ ਗਿਆਨ ਅਪਾਰਾ ਸਿਰਜਨਹਾਰਾ। ਆਪ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਹੀ ਇਸ ਧਰਤੀ ਦਾ ਸਿਰਜਣਹਾਰ ਹੈ। ਗੁਰੂ ਦਾ ਅਪਾਰ ਗਿਆਨ ਲੈ ਕਰਕੇ ਮਨੁੱਖ ਇਸ ਭਵਜਲ ਸਮੁੰਦਰ ਤੋਂ ਤਰਦਾ ਹੈ। ਜਿਨ ਸਿਰਜੀ ਤਿਨ ਗੋਈ। ਜਿਹੜੇ ਅਕਾਲ ਪੁਰਖ ਸਿਰਜਣਹਾਰਾ ਹੈ, ਜਿਹਨੇ ਇਹ ਦੁਨੀਆ ਬਣਾਈ, ਉਸ ਨੇ ਹੀ ਇੱਕ ਦਿਨ ਖਤਮ ਕਰ ਦੇਣੀ ਹੈ। ਜੀਵ ਦੇ ਵੱਸ ਕੁਝ ਵੀ ਨਹੀਂ। ਜੋ ਕੁਝ ਕਰਨ ਵਾਲਾ ਹੈ, ਸਿਰਜਣਹਾਰਾ ਹੈ, ਉਹ ਅਕਾਲ ਪੁਰਖ ਆਪ ਹੈ। ਜਿਹਨੇ ਇਹ ਸਿਰਜੀ ਆ ਧਰਤੀ, ਉਸ ਨੇ ਹੀ ਇੱਕ ਦਿਨ ਖਤਮ ਕਰ ਦੇਣੀ ਹੈ। ਉਹੀ ਖਤਮ ਕਰਨ ਵਾਲਾ ਹੈ, ਉਹੀ ਪੈਦਾ ਕਰਨ ਵਾਲਾ ਹੈ। ਪਰਵਾਣਾ ਆਇਆ ਹੁਕਮ ਪਠਾਇਆ। ਜਦੋਂ ਧੁਰੋਂ ਅਕਾਲ ਪੁਰਖ ਵਾਹਿਗੁਰੂ ਦਾ ਫਰਮਾਨ ਆਉਂਦਾ ਹੈ, ਇਸ ਦੁਨੀਆ ਦੇ ਵਿੱਚੋਂ ਜਾਣ ਦਾ ਸੱਦਾ ਆਉਂਦਾ ਹੈ, ਅਕਾਲ ਪੁਰਖ ਹੁਕਮ ਕਰ ਦਿੰਦਾ ਹੈ ਜੀਵ ਆਤਮਾ ਨੂੰ ਕਿ ਆਪਣਾ ਸਰੀਰ ਛੱਡ ਕੇ ਵਾਪਸ ਜਾਣ ਦਾ, ਅਕਾਲ ਪੁਰਖ ਦੇ ਦਰ ਦੇ ਉੱਤੇ ਜਾਣ ਦਾ ਸਮਾਂ ਜੋ ਪ੍ਰਵਾਣਾ ਹੈ, ਉਹ ਜਦੋਂ ਆ ਜਾਂਦਾ ਹੈ, ਉਦੋਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਆਸਾ ਦੀ ਵਾਰ ਵਿੱਚ, ਨਾਨਕ ਜੀ ਉਪਾਇ ਕਹਿ ਲਿਖ ਨਾਵੈ ਧਰਮ ਬਹਾਲਿਆ। ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ। ਤੇਰੇ ਨਾਏ ਰਤੇ ਸੇ ਜਿਣ ਗਏ। ਜਿਹੜੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ, ਰੱਬੀ ਪਿਆਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਭਵਜਲ ਸਮੁੰਦਰ ਤੋਂ ਪਾਰ ਤਰਦੇ ਨੇ, ਉਹ ਉਸ ਸੱਚੀ ਦਰਗਾਹ ਦੇ ਵਿੱਚ ਜਾ ਕੇ ਜਿੱਤ ਜਾਂਦੇ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ, ਉਹ ਦੁਨੀਆ ਦੇ ਵਿੱਚ ਹੀ ਛੱਡ ਕੇ, ਇਹ ਨਾਲ ਨਹੀਂ ਲੈ ਕੇ ਜਾਣਾ। ਮਾਇਆ ਪਦਾਰਥ ਤਾਂ ਕੀ ਜਾਣੀਆਂ, ਸਾਡੇ ਹੱਥ ਪੈਰ, ਸਾਡੀਆਂ ਅੱਖਾਂ, ਸਾਡਾ ਸਰੀਰ, ਉਹ ਵੀ ਨਾਲ ਨਹੀਂ ਜਾਣਾ। ਉਹ ਵੀ ਬੇਜਾਨ ਹੋ ਕਰਕੇ ਇੱਥੇ ਰਹਿ ਜਾਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ। ਉੱਥੇ ਜਾ ਕੇ ਸੱਚੀ ਕਚਹਿਰੀ ਦੇ ਵਿੱਚ ਆਪਣੇ ਜਿਹੜੇ ਮੰਦੇ ਚੰਗੇ ਕੰਮ ਕੀਤੇ ਹੋਏ ਨੇ, ਉਹ ਆਪ ਨੂੰ ਹੀ ਭੁਗਤਣੇ ਪੈਣੇ ਨੇ। ਉੱਥੇ ਕਿਸੇ ਤੇ ਵੀ ਇਲਜ਼ਾਮਬਾਜ਼ੀ ਨਹੀਂ ਲੱਗ ਸਕਦੀ ਕਿ ਇਸ ਕਰਕੇ ਮੈਂ ਮਾੜਾ ਕੰਮ ਕਰਤਾ, ਇਸ ਕਰਕੇ ਮੇਰੇ ਤੇ ਕਿਸੇ ਨੇ ਮੇਰੇ ਤੋਂ ਕਰਾ ਲਿਆ। ਜੋ ਵੀ ਕੰਮ ਅਸੀਂ ਜ਼ਿੰਦਗੀ ਦੇ ਵਿੱਚ ਕੀਤੇ ਨੇ, ਉਹ ਆਪ ਹੀ ਭੋਗਣੇ ਪੈਣੇ ਨੇ। ਤੇ ਜਦੋਂ ਹੁਕਮ ਅਕਾਲ ਪੁਰਖ ਨੇ ਦੇ ਦਿੱਤਾ, ਪਰਵਾਣਾ ਆਇਆ ਹੁਕਮ ਪਠਾਇਆ, ਤਾਂ ਇੱਥੋਂ ਜਾਣਾ ਹੀ ਪੈਣਾ ਹੈ। ਫੇਰ ਨਾ ਸਕਾ ਕੋਈ। ਫੇਰ ਉਸ ਹੁਕਮ ਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਇੱਕ ਵਾਰ ਸੱਦਾ ਆ ਜਾਵੇ, ਮਰਨ ਲਿਖਾਏ ਮੰਡਲ ਮਹਿ ਆਏ। ਬੰਦਾ ਮੌਤ ਤੋਂ ਡਰਦਾ ਬਹੁਤ ਕੁਛ ਕਰਦਾ। ਮੌਤ ਤੋਂ ਡਰਦਾ ਬੰਦਾ ਆਪਣੀ ਜ਼ਿੰਦਗੀ ਨੂੰ ਵਧਾਉਣ ਦੇ ਵਾਸਤੇ ਬੜੇ ਯਤਨ ਕਰਦਾ, ਪਰ ਕੋਈ ਜਦੋਂ ਹੁਕਮ ਅਕਾਲ ਪੁਰਖ ਦਾ ਆ ਜਾਂਦਾ, ਕੋਈ ਟਾਲ ਨਹੀਂ ਸਕਦਾ। ਫਿਰ ਕਿਸੇ ਵੀ ਤਰ੍ਹਾਂ ਦਾ ਵੱਸ ਨਹੀਂ ਚੱਲਦਾ। ਜਿੰਨੇ ਮਰਜ਼ੀ ਡਾਕਟਰਾਂ ਕੋਲ ਚਲਿਆ ਜਾਵੇ, ਜਿੰਨੇ ਮਰਜ਼ੀ ਇਲਾਜ ਕਰਾ ਲਵੇ, ਜਦੋਂ ਮਰਨ ਦਾ ਸਮਾਂ ਆ ਗਿਆ ਜੋ ਵਾਹਿਗੁਰੂ ਨੇ ਮਿਥਿਆ, ਉਸ ਨੂੰ ਰੋਕ ਨਹੀਂ ਸਕਦੇ। ਇਸੇ ਕਰਕੇ ਹੀ ਗੁਰੂ ਕੇ ਜਿਹੜੇ ਸੂਰਮੇ ਨੇ, ਜਿਨ੍ਹਾਂ ਦੇ ਮਨ ਵਿੱਚ ਆਨੰਦ ਸੀ, ਉਹਨਾਂ ਨੂੰ ਇਸ ਗੱਲ ਦੀ ਪ੍ਰਤੀਤ ਸੀ। ਇਸ ਕਰਕੇ ਧਰਮ ਯੁੱਧ ਕਰਨ ਵਾਸਤੇ ਉਹਨਾਂ ਨੇ ਰੱਤਾ ਭਰ ਵੀ ਨਹੀਂ ਸੋਚਿਆ। ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਾਖੀ ਦੇ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਤਲੀ ਤੇ ਰੱਖ ਕੇ ਆਪਣਾ ਆਪਾ ਵਾਰ ਦਿੱਤਾ। ਅਜਿਹੇ ਜਿਹੜੇ ਗੁਰੂ ਕੇ ਪਿਆਰੇ ਨੇ, ਉਹਨਾਂ ਨੂੰ ਗੁਰੂ ਦਾ ਜੋ ਪੱਕਾ ਰਹਿਣ ਵਾਲਾ ਨਾਮ ਦਾ ਆਨੰਦ ਹੈ, ਉਹ ਮਿਲਿਆ ਹੁੰਦਾ ਹੈ। ਜਿੱਥੇ ਆਨੰਦ ਦੇ ਵਿੱਚ ਰਹਿ ਕਰਕੇ ਭਾਈ ਮਨੀ ਸਿੰਘ ਜੀ ਸ਼ਹੀਦੀ ਪਾਉਂਦੇ ਨੇ, ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾਉਂਦੇ ਨੇ, ਬਾਬਾ ਗੁਰਬਖਸ਼ ਸਿੰਘ ਜੀ, ਉੱਥੇ ਹੀ ਜੋ ਮੌਜੂਦਾ ਸਮਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਗੋਲੀਆਂ ਦੇ ਨਾਲ ਸ਼ਹੀਦ ਹੁੰਦੇ ਨੇ।
ਉਹ ਵੀ ਆਨੰਦ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਰੱਤਾ ਵੀ ਡਰ ਨਹੀਂ। ਇੱਕ ਉਹਨਾਂ ਨੂੰ ਇਹ ਭਰੋਸਾ ਹੈ ਕਿ ਜਦੋਂ ਉੱਪਰੋਂ ਹੁਕਮ ਆ ਗਿਆ ਫਿਰ ਫੇਰ ਨਹੀਂ ਸਕਦੇ। ਫਿਰ ਭਾਵੇਂ ਕਮਰੇ ਦੇ ਵਿੱਚ ਬਹਿ ਜਾਈਏ, ਭਾਵੇਂ ਹਸਪਤਾਲ ਦੇ ਵਿੱਚ ਡਾਕਟਰ ਆਸੇ-ਪਾਸੇ ਖੜੇ ਹੋਣ, ਫਿਰ ਹੁਕਮ ਨੂੰ ਅਸੀਂ ਟਾਲ ਨਹੀਂ ਸਕਦੇ। ਇਸੇ ਕਰਕੇ ਹੀ ਇਹਨਾਂ ਗੁਰਸਿੱਖਾਂ ਨੇ ਆਪਣੇ ਜੀਵਨ ਨੂੰ ਸਿੱਖੀ ਨੂੰ ਪਹਿਲ ਦੇ ਕਰਕੇ, ਗੁਰੂ ਨੂੰ ਪਹਿਲ ਦੇ ਕਰਕੇ ਭਾਵੇਂ ਜਾਨਾਂ ਵਾਰ ਦਿੱਤੀਆਂ, ਪਰ ਗੁਰੂ ਦੇ ਸਿਧਾਂਤ, ਗੁਰੂ ਦੀ ਸਿੱਖੀ ਤੋਂ ਆਪਣਾ ਜਿਹੜਾ ਕਦਮ ਆ ਉਹ ਪਿੱਛੇ ਨਹੀਂ ਪੱਟਿਆ। ਕਿਉਂਕਿ ਉਹਨਾਂ ਨੂੰ ਭਰੋਸਾ ਹੈ ਕਿ ਜਦੋਂ ਅਕਾਲ ਪੁਰਖ ਦਾ ਸੱਦਾ ਆਉਣਾ ਉਦੋਂ ਸੰਸਾਰ ਤੋਂ ਜਾਣਾ ਹੀ ਹੈ। ਆਪੇ ਘਰ ਵੇਖਾ ਸਿਰ ਸਿਰ ਲੇਖਾ। ਆਪ ਹੀ ਅਕਾਲ ਪੁਰਖ ਜੀਵ ਨੂੰ ਦੁਨੀਆ ਦੇ ਵਿੱਚ ਪੈਦਾ ਕਰਕੇ ਭੇਜ ਕੇ ਆਪ ਹੀ ਉਸ ਨੂੰ ਵੇਖਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਅਗੰਮੀ ਖੇਡ ਦੁਨੀਆ ਦੇ ਉੱਤੇ ਵਰਤਾਈ ਹੋਈ ਹੈ। ਆਪ ਹੀ ਜੀਵ ਨੂੰ ਪੈਦਾ ਕਰਦਾ, ਆਪ ਹੀ ਉਹਦੇ ਪਿਛਲੇ ਕਰਮਾਂ ਦੇ ਹਿਸਾਬ ਨਾਲ ਉਹਦੇ ਮੱਥੇ ਤੇ ਲੇਖ ਲਿਖ ਕੇ ਉਹਨੂੰ ਦੁਨੀਆ ਦੇ ਵਿੱਚ ਭੇਜ ਦਿੰਦਾ। ਉਸ ਮੁਤਾਬਕ ਬੰਦਾ ਆਪਣੀ ਕਾਰ ਕਮਾਉਂਦਾ, ਤੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਉਹ ਵਾਹਿਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰਦੇ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮ ਦੇ ਵਿੱਚ ਹੀ ਬੰਦਾ ਆਉਂਦਾ, ਆਪ ਹੀ ਉਹ ਸਾਨੂੰ ਕਰਦਾ ਤੇ ਆਪ ਹੀ ਸਾਨੂੰ ਵੇਖਦਾ। ਤੇ ਹਰ ਸਿਰ ਸਿਰ ਦੇ ਉੱਤੇ ਸਾਡਾ ਜੋ ਲੇਖਾ ਹੈ ਉਹ ਲਿਖਿਆ ਜਾ ਰਿਹਾ ਹੈ। ਸਾਡੀ ਜਿਹੜੀ ਜੀਵਨ ਦੇ ਕੰਮ ਨੇ, ਕਰਮ ਨੇ, ਉਹ ਰਿਕਾਰਡ ਹੋ ਰਹੇ ਨੇ। ਜੀਵਨ ਦੇ ਵਿੱਚ ਜੋ ਮਾਇਆ ਇਕੱਠੀ ਕੀਤੀ ਉਹ ਨਾਲ ਨਹੀਂ ਜਾਣੀ, ਪਰ ਜਿਹੜੇ ਕਰਮ ਇਕੱਠੇ ਕਰ ਲਏ ਚੰਗੇ ਮਾੜੇ ਉਹ ਨਾਲ ਚਲੇ ਜਾਣੇ ਨੇ। ਉਹ ਲੇਖੇ ਦੇ ਵਿੱਚ ਪੱਕੇ ਤੌਰ ਤੇ ਲਿਖੇ ਗਏ ਨੇ, ਉਹ ਕਦੇ ਮਿਟ ਨਹੀਂ ਸਕਦੇ। ਆਪੇ ਸੂਰਤ 부ਝਾਈ। ਪਰ ਜਿਨ੍ਹਾਂ ਤੇ ਉਹ ਕਿਰਪਾ ਕਰਦਾ, ਆਪ ਹੀ ਉਹਨਾਂ ਦੀ ਸੁਰਤੀ ਨੂੰ ਸਿੱਧੇ ਪਾਸੇ ਲਾ ਕੇ ਉਹਨਾਂ ਨੂੰ ਸੂਝ ਬੂਝ ਬਖਸ਼ ਦਿੰਦਾ। ਜਿਹੜਾ ਮਨੁੱਖ ਗੁਰੂ ਦੇ ਦਰ ਦੇ ਉੱਤੇ ਆ ਕੇ ਆਪਣਾ ਮਨ ਤਨ ਅਰਪਣ ਕਰਕੇ ਢਹਿ ਪੈਂਦਾ, ਉਸ ਨੂੰ ਗੁਰੂ ਅਕਾਲ ਪੁਰਖ ਦੇ ਨਾਲ ਮਿਲਾ ਦਿੰਦਾ ਤੇ ਆਪਣੇ ਆਪ ਹੀ ਉਹਨੂੰ ਨਾਮ ਦੀ ਸੋਝੀ ਬਖਸ਼ ਦਿੰਦਾ। ਉਸ ਨੂੰ ਸਹੀ ਜੀਵਨ ਰਾਹ ਦੀ ਜਿਹੜੀ ਬਖਸ਼ਿਸ਼ ਆ ਉਹ ਗੁਰੂ ਆਪਣੇ ਆਪ ਹੀ ਫਿਰ ਕਰ ਦਿੰਦਾ ਹੈ। ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੇ ਨਾਈ। ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜਾ ਸਾਡਾ ਸਾਹਿਬ ਹੈ, ਸਾਡਾ ਮਾਲਕ ਅਕਾਲ ਪੁਰਖ ਸਿਰਜਣਹਾਰ ਹੈ, ਉਹ ਗਮਤਾ ਤੋਂ ਰਹਿਤ ਹੈ। ਉਹ ਬੰਦਿਆਂ ਦੇ ਵਾਂਗੂ ਗਮਤਾ ਦੇ ਵਿੱਚ ਨਹੀਂ ਆਉਂਦਾ, ਉਹ ਆਮ ਜੀਵਾਂ ਵਾਂਗੂ ਨਹੀਂ। ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਉਹ ਆਗਮ ਹੈ, ਉਹ ਅਗੋਚਰ ਹੈ। ਉਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਪਕੜਿਆ ਨਹੀਂ ਜਾ ਸਕਦਾ। ਕਿਸੇ ਵੀ ਤਰ੍ਹਾਂ ਦੇ ਬੇਅੰਤ ਰੂਪ ਹਨ, ਉਸ ਦੇ ਬੇਅੰਤ ਕਰਤੱਵ ਹਨ। ਜਦੋਂ ਉਸ ਦਾ ਦਿਲ ਕਰਦਾ ਹੈ ਧਰਤੀ ਨੂੰ ਬਣਾ ਦਿੰਦਾ, ਜਦੋਂ ਉਸ ਦਾ ਦਿਲ ਕਰਦਾ ਧਰਤੀ ਨੂੰ ਢਾਹ ਕੇ ਆਪ ਇਕੱਲਾ ਬਹਿ ਜਾਂਦਾ। ਕਦੇ ਸੁੰਨ ਸਮਾਧੀ ਦੇ ਵਿੱਚ ਬੈਠ ਜਾਂਦਾ, ਕਦੇ ਇਸ ਦੁਨੀਆ ਦਾ ਖੇਲ ਰਚਾ ਕੇ ਅਗਮ ਅਗੋਚਰ ਵਾਹਿਗੁਰੂ ਆਪਣੇ ਆਪ ਨੂੰ ਇੱਥੇ ਬਿਠਾ ਕੇ ਅਦ੍ਰਿਸ਼ਟ ਰੂਪ ਦੇ ਵਿੱਚ ਹੋ ਕਰਕੇ ਆਪ ਧਰਤੀ ਦੇ ਵਿੱਚ ਬੈਠ ਜਾਂਦਾ, ਕਣ ਕਣ ਵਿੱਚ ਸਮਾ ਜਾਂਦਾ। ਜਿਵੇਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਅਣਦਿਸਦਾ ਹੋ ਕਰਕੇ ਇੱਥੇ ਆਸਣ ਲਾ ਲੈਂਦਾ, ਅਣਦਿਸਦਾ ਹੋ ਕੇ ਸਾਰੇ ਜੀਵਾਂ ਨੂੰ ਦੇਖ ਰਿਹਾ। ਪਰ ਜੀਵਾਂ ਨੂੰ, ਭੋਲਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੇ ਹਰ ਸਿਰ ਦੇ ਉੱਤੇ ਅਕਾਲ ਪੁਰਖ ਬੈਠਾ ਸਾਨੂੰ ਦੇਖ ਰਿਹਾ, ਪਰ ਸਾਨੂੰ ਉਹ ਨਹੀਂ ਦਿਸਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਆਗਮ ਅਗੋਚਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ, ਉਸ ਦੇ ਸੱਚੇ ਨਾਮ ਦੇ ਨਾਲ ਮੈਂ ਜਿਉਂਦੀ ਹਾਂ। ਤੁਮ ਸਾਰੇ ਅਵਰ ਨਾ ਕੋਏ। ਹੇ ਅਕਾਲ ਪੁਰਖ, ਤੇਰੇ ਬਰਾਬਰ ਦਾ ਦੁਨੀਆ ਤੇ ਕੋਈ ਨਹੀਂ। ਮੈਂ ਹਮੇਸ਼ਾ ਤੇਰੇ ਮੂਹਰੇ ਝੁਕਦੀ ਆ। ਇਹ ਜੀਵ ਆਤਮਾ ਕਹਿੰਦੀ ਆ ਕਿ ਮੈਂ ਹਮੇਸ਼ਾ ਅਕਾਲ ਪੁਰਖ ਤੇ ਮੂਹਰੇ ਝੁਕਦੀ ਆ, ਉਸ ਤੋਂ ਬਿਨਾ ਮੇਰਾ ਕੋਈ ਨਹੀਂ। ਤੁਮ ਸਰ ਅਵਰ ਨਾ ਕੋਏ।
ਤੇਰੇ ਬਰਾਬਰ ਦਾ, ਤੇਰਾ ਸ਼ਰੀਕ ਕੋਈ ਨਹੀਂ ਜਿਹਦੇ ਕੋਲੇ ਜਾ ਸਕੀਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਸਾਨੂੰ ਇੱਕ ਰੱਬ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨੁੱਖ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦਾ, ਬਜਾਏ ਕਿ ਜਿਹੜੇ ਪੂਰੇ ਸੰਤ ਗੁਰਮੁਖ ਪਿਆਰੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ, ਉਹ ਸਾਨੂੰ ਸਹੀ ਜੀਵਨ ਦਾ ਰਾਹ ਦਿਖਾ ਸਕਦੇ ਨੇ। ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਨੂੰ ਨਾਮ ਦੇ ਲੜ ਲਾ ਸਕਦੇ ਨੇ, ਪਰ ਅਕਾਲ ਪੁਰਖ ਦੇ ਬਰਾਬਰ ਨਹੀਂ ਕੋਈ ਹੋ ਸਕਦਾ। ਉਸ ਦੇ ਵਿੱਚ ਅਭੇਦਤਾ ਹੋ ਸਕਦੀ ਹੈ, ਉਸ ਦੇ ਨਾਲ ਪਿਆਰ ਇੰਨਾ ਹੋ ਸਕਦਾ ਕਿ ਕੋਈ ਫਰਕ ਹੀ ਨਾ ਰਵੇ, ਪਰ ਅਕਾਲ ਪੁਰਖ ਦੇ ਬਰਾਬਰ ਤਾਂ ਕਦੇ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜੀ ਫਰਮਾਉਂਦੇ ਨੇ, ਤੁਮ ਸਰ ਅਵਰ ਨ ਕੋਏ, ਆਇਆ ਜਾਇਸੀ ਜੀਓ। ਬਾਕੀ ਸਾਰੇ ਦੁਨੀਆ ਤੇ ਆਉਂਦੇ ਨੇ ਤੇ ਚਲੇ ਜਾਂਦੇ ਨੇ। ਕੋਈ ਕਿੱਡਾ ਵੀ ਵੱਡਾ ਅਵਤਾਰ ਕਿਉਂ ਨਾ ਹੋਵੇ, ਕੋਈ ਕਿੱਡਾ ਵੀ ਵੱਡਾ ਦੇਵੀ ਦੇਵਤਾ, ਔਲੀਆ ਪੀਰ ਪੈਗੰਬਰ ਕਿਉਂ ਨਾ ਹੋਵੇ, ਉਹ ਸਾਰੇ ਹੀ ਆਉਣ ਜਾਣ ਵਾਲੇ ਨੇ। ਦੁਨੀਆ ਦੇ ਉੱਤੇ ਆਉਂਦੇ ਨੇ, ਜੋ ਧੁਰੋਂ ਉਹਨਾਂ ਦੇ ਮਸਤਕ ਦੇ ਉੱਤੇ ਲੇਖ ਲਿਖੇ ਹੁੰਦੇ, ਉਹ ਕਮਾ ਕੇ ਉਹ ਵਾਪਸ ਚਲੇ ਜਾਂਦੇ ਨੇ। ਇੱਕ ਤੂੰ ਹੀ ਹੇ ਵਾਹਿਗੁਰੂ ਪੱਕਾ ਰਹਿਣ ਵਾਲਾ ਹੈ ਦੁਨੀਆ ਦਾ, ਕਿਉਂਕਿ ਸਿਰਜਣਹਾਰਾ ਹੈ। ਹੁਕਮੇ ਹੋਏ ਨਬੇੜਾ, ਉਹਦੇ ਹੁਕਮ ਦੇ ਵਿੱਚ ਹੀ ਜੀਵ ਦੇ ਸਾਰੇ ਨਵੇੜੇ ਹੁੰਦੇ ਨੇ। ਉਹਦੇ ਹੁਕਮ ਦੇ ਵਿੱਚ ਹੀ ਜੀਵ ਆ ਕੇ ਕਰਮ ਕਮਾਉਂਦਾ, ਤੇ ਫਿਰ ਉਹਦੇ ਹੁਕਮ ਦੇ ਵਿੱਚ ਹੀ ਉਹਦੇ ਨਵੇੜੇ ਹੁੰਦੇ ਨੇ। ਜਾਂ ਤਾਂ ਅਕਾਲ ਪੁਰਖ ਕਿਰਪਾ ਕਰਕੇ ਉਸ ਨੂੰ ਭਵ ਜਲ ਸਮੁੰਦਰ ਤੋਂ ਪਾਰ ਲੰਘਾ ਦਿੰਦਾ, ਤੇ ਜੇ ਪਾਪਾਂ ਨੂੰ ਕਮਾਉਣ ਵਾਲਾ ਮਨੁੱਖ ਹੋਵੇ ਤਾਂ ਆਪਣੇ ਦਰ ਦੇ ਉੱਤੇ ਸੱਦ ਕੇ ਉਸ ਦਾ ਲੇਖਾ ਜੋਖਾ ਕਰਵਾ ਕੇ ਉਸ ਨੂੰ ਬਣਦੀ ਜੋ ਮਨਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰਿ ਭਾਏ। ਜੇ ਮਨਮੁਖ ਹੋਵੇ ਤਾਂ ਫੇਰ ਜਨਮਾਂ ਦੇ ਵਿੱਚ ਪਾ ਦਿੰਦਾ। ਇਸ ਤਰ੍ਹਾਂ ਵਾਹਿਗੁਰੂ ਨਬੇੜੇ ਕਰਦਾ ਹੈ। ਭਰਮ ਚੁਕਾਇਸੀ ਜੀਓ, ਜਿਹੜਾ ਨਬੇੜਾ ਹੋਣਾ ਨਾ, ਅਸੀਂ ਕਈ ਵਾਰੀ ਸੋਚਦੇ ਆ ਵੀ ਪਤਾ ਨਹੀਂ ਕਿਸੇ ਨੇ ਪਰਲੋਕ ਦੇਖਿਆ, ਕਿਸੇ ਨੇ ਨਹੀਂ ਦੇਖਿਆ, ਕੀ ਪਤਾ ਹਿਸਾਬ ਕਿਤਾਬ ਹੁੰਦਾ ਕਿ ਨਹੀਂ ਹੁੰਦਾ। ਪਰ ਜਦੋਂ ਮਨੁੱਖ ਉੱਥੇ ਜਾਂਦਾ, ਉਹਦੇ ਸਾਰੇ ਵਹਿਮ ਨਿਕਲ ਜਾਂਦੇ ਆ। ਉਦੋਂ ਵਹਿਮ ਨਿਕਲ ਜਾਂਦੇ ਆ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਕੱਲਾ ਕੱਲਾ ਜੋ ਲੇਖ ਹੈ ਉਸ ਨੂੰ ਉਹਦਾ ਕਰਮ ਦਿਖਾਇਆ ਜਾਂਦਾ ਤੇ ਉਸ ਦੀ ਸਜ਼ਾ ਮਿਥੀ ਜਾਂਦੀ। ਇਸ ਕਰਕੇ ਉਦੋਂ ਸਾਰੇ ਤਰ੍ਹਾਂ ਦੇ ਭਰਮ ਨੇ, ਜਿਹੜੇ ਵਹਿਮ ਨੇ, ਉਹ ਮਨੁੱਖ ਦੇ ਨਿਕਲ ਜਾਂਦੇ ਹਨ। ਗੁਰ ਭਰਮ ਚੁਕਾਏ ਅਕਥ ਕਹਾਏ, ਤੇ ਗੁਰੂ ਜੀਵ ਦੇ ਜਿੰਨੇ ਵੀ ਭਰਮ ਨੇ, ਜਿੰਨੇ ਵੀ ਵਹਿਮ ਨੇ ਦੁਨੀਆ ਦੇ ਵਿੱਚ, ਉਹ ਸਾਰੇ ਚੁਕਾ ਦਿੰਦਾ ਹੈ ਤੇ ਅਕਥ ਵਾਹਿਗੁਰੂ ਦੇ ਨਾਲ ਮੇਲ ਕਰਾ ਦਿੰਦਾ ਹੈ। ਜਿਹਨੂੰ ਅੱਜ ਤੱਕ ਕੋਈ ਕਥ ਨਹੀਂ ਸਕਿਆ, ਜਿਹਨੂੰ ਵੇਦ ਪੁਰਾਣ ਸਿਮਰਤ ਸ਼ਾਸਤਰ ਸਾਰਿਆਂ ਨੇ ਜ਼ੋਰ ਲਾ ਲਿਆ, ਪਰ ਅਕਾਲ ਪੁਰਖ ਨੂੰ ਪੂਰੀ ਤਰ੍ਹਾਂ ਕੋਈ ਨਹੀਂ ਕੱਥ ਸਕਿਆ। ਪਰ ਇੱਕ ਗੁਰੂ ਹੀ ਐਸਾ ਹੈ ਜਿਹੜਾ ਅਕਥ ਵਾਹਿਗੁਰੂ ਨੂੰ ਕਥਾ ਸਕਦਾ ਹੈ, ਅਕਥ ਵਾਹਿਗੁਰੂ ਦੀ ਸੋਝੀ ਮਨੁੱਖ ਨੂੰ ਪਾ ਸਕਦਾ ਹੈ। ਸੱਚ ਮਹਿ ਸਾਜ ਸਮਾਣਾ, ਤੇ ਜਿਹਨੂੰ ਉਹ ਸੋਝੀ ਪਾਉਂਦਾ ਹੈ, ਉਸ ਦਾ ਜਿਹੜਾ ਮਨ ਆ ਨਾ, ਜੋ ਉਹਦੀ ਰੂਹ ਆ, ਜੋ ਉਹਦੀ ਆਤਮਾ ਵਾ, ਉਹ ਸੱਚੇ ਵਾਹਿਗੁਰੂ ਦੇ ਵਿੱਚ ਪੱਕੇ ਤੌਰ ਤੇ ਸਮਾ ਜਾਂਦੀ। ਉਹ ਕਦੇ ਵੀ ਵਿਛੜਦੀ ਨਹੀਂ। ਉਸ ਨੂੰ ਸਰੀਰਕ ਕਸ਼ਟਾਂ ਦਾ ਅਹਿਸਾਸ ਨਹੀਂ ਹੁੰਦਾ, ਉਸ ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਰਦ ਨਹੀਂ ਰਹਿੰਦਾ। ਉਸ ਦੀ ਚਿੱਤ ਬਿਰਤੀ ਰੂਹ ਤੋਂ, ਸਰੀਰ ਤੋਂ ਲੈ ਕਰਕੇ ਰੋਮ ਰੋਮ ਉਸ ਦਾ ਰੱਬ ਦੇ ਨਾਮ ਦੇ ਵਿੱਚ ਭਿੱਜ ਜਾਂਦਾ, ਤੇ ਉਹ ਆਪਣਾ ਜੀਵਨ ਸਫਲਾ ਕਰਕੇ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਆਪ ਉਪਾਏ ਆਪ ਸਮਾਏ, ਆਪ ਹੀ ਉਹ ਉਪਾਉਣ ਵਾਲਾ ਹੈ, ਆਪ ਹੀ ਉਹ ਸਮਾਉਣ ਵਾਲਾ ਹੈ। ਜਪਜੀ ਸਾਹਿਬ ਦੇ ਵਿੱਚ ਅਸੀਂ ਬਚਨ ਪੜ੍ਹਦੇ ਆ, ਕੀਤਾ ਪਸਾਓ ਏਕੋ ਕਵਾਓ। ਜਿੰਨਾ ਵੀ ਪਸਾਰਾ ਵਾ ਉਹ ਇੱਕੋ ਬੋਲ ਦੇ ਨਾਲ, ਇੱਕੋ ਹੁਕਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰ ਦਿੱਤਾ। ਉਹਨੂੰ ਕਿਸੇ ਵੀ ਤਰ੍ਹਾਂ ਦੇ ਪਦਾਰਥ ਦੀ ਲੋੜ ਨਹੀਂ ਪਈ ਦੁਨੀਆ ਨੂੰ ਬਣਾਉਣ ਦੇ ਵਾਸਤੇ। ਉਸ ਨੇ ਤਾਂ ਬਸ ਫੁਰਨੇ ਨਾਲ ਹੀ ਇੱਕ ਹੁਕਮ ਕੀਤਾ ਤੇ ਸਾਰਾ ਕੁਝ ਬਣ ਗਿਆ। ਕਿਸੇ ਵੀ ਤਰ੍ਹਾਂ ਦਾ ਕੋਈ ਮਿਹਨਤ ਜਾਂ ਚਾਰਾਜੋਈ ਕਰਨ ਦੀ ਉਸ ਨੂੰ ਲੋੜ ਨਹੀਂ ਪਈ।
ਹੁਕਮ ਦੇ ਵਿੱਚ ਹੀ ਉਸ ਨੇ ਸਾਨੂੰ ਜੀਵਾਂ ਨੂੰ ਬਣਾ ਕਰਕੇ, ਹੁਕਮ ਦੇ ਵਿੱਚ ਹੀ ਉਸ ਨੇ ਸਾਤੋਂ ਕਾਰ ਕਰਵਾਈ ਤੇ ਆਪ ਉਪਾ ਕੇ ਸਾਨੂੰ, ਆਪ ਬਣਾ ਕੇ ਸਾਨੂੰ ਹੁਕਮ ਦੇ ਵਿੱਚ ਆਪਣੇ ਸਮਾ ਲਿਆ, ਸਾਨੂੰ ਆਪਣੇ ਆਪ ਦੇ ਵਿੱਚ ਸਮਾ ਲਿਆ, ਸਾਡੇ ਤੇ ਕਿਰਪਾ ਕਰ ਦਿੱਤੀ। ਹੁਕਮੇ ਹੁਕਮ ਪਛਾਣਾ, ਹੁਕਮ ਦੇ ਵਿੱਚ ਰਹਿ ਕਰਕੇ ਹੀ ਸਤਿਗੁਰੂ ਜੀ ਫਰਮਾਉਂਦੇ ਨੇ ਉਹਦੇ ਹੁਕਮ ਨੂੰ ਸਮਝਿਆ ਜਾ ਸਕਦਾ। ਉਹਦੇ ਹੁਕਮ ਦੇ ਜੇ ਅਸੀਂ ਕਹੀਏ ਉਲਟ ਚੱਲ ਕੇ ਜੋ ਸਾਡੇ ਜੀਵਨ ਦੇ ਵਿੱਚ ਹੋ ਰਿਹਾ, ਸਾਨੂੰ ਭਾਣਾ ਮਿੱਠਾ ਕਰਕੇ ਜਦੋਂ ਮੰਨਾਂਗੇ, ਉਹਦੇ ਹੁਕਮ ਦੇ ਵਿੱਚ ਚੱਲਾਂਗੇ, ਤਾਂ ਉਹਦੇ ਹੁਕਮ ਦੇ ਵਿੱਚ ਤੁਰਦੇ ਤੁਰਦੇ ਹੀ ਉਹਦੀ ਪਛਾਣ ਹੋ ਜਾਂਦੀ ਆ। ਬਿਨਾਂ ਹੁਕਮ ਦੇ ਵਿੱਚ ਚੱਲਣ ਵਾਲੇ ਨੂੰ ਸਦਾ ਫਟਕਾਰਾਂ ਪੈਂਦੀਆਂ ਨੇ। ਜਿਹੜਾ ਹੁਕਮ ਦੇ ਉਲਟ ਹੋ ਕੇ ਚੱਲਣਾ ਚਾਹੁੰਦਾ, ਆਪਣੇ ਵੱਲੋਂ ਕੁਝ ਕਰਨਾ ਚਾਹੁੰਦਾ, ਉਹਨੂੰ ਉਸ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਜੋ ਸੱਚੀ ਵਡਿਆਈ ਨਾਮ ਦੀ ਆ, ਇਹ ਗੁਰੂ ਤੋਂ ਹੀ ਪਾਈ ਜਾ ਸਕਦੀ ਹੈ। ਤੂੰ ਮਨ ਅੰਤ ਸਖਾਈ, ਅੰਤ ਦੇ ਵਿੱਚ ਰਾਖਾ ਅਕਾਲ ਪੁਰਖ ਵਾਹਿਗੁਰੂ ਹੀ ਹੁੰਦਾ। ਹਮੇਸ਼ਾ ਗੁਰੂ ਹੀ ਰਾਖਾ ਹੁੰਦਾ ਬੰਦੇ ਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਬਿਨਾਂ ਨਾਮ ਤੋਂ, ਬਿਨਾਂ ਸਾਧੂ ਗੁਰੂ ਤੋਂ ਤੇ ਗੋਬਿੰਦ ਤੋਂ ਹੋਰ ਕੋਈ ਵੀ ਅਖੀਰ ਵਿੱਚ ਸਹਾਈ ਨਹੀਂ ਹੁੰਦਾ। ਕੋਈ ਵੀ ਚਾਹ ਕੇ ਵੀ ਸਾਨੂੰ ਦੁਨੀਆ ਤੋਂ ਜਾਣੋਂ ਰੋਕ ਨਹੀਂ ਸਕਦਾ। ਭਾਵੇਂ ਸਾਡੇ ਧੀਆਂ ਪੁੱਤਰ, ਸਾਡੇ ਪਿਆਰ ਵਾਲੇ ਕਦੇ ਨਹੀਂ ਚਾਹੁੰਦੇ ਕਿ ਮਨੁੱਖ ਦੁਨੀਆ ਤੋਂ ਜਾਵੇ, ਪਰ ਉਹਨਾਂ ਦੇ ਚਾਹੁਣ ਨਾਲ ਕੁਝ ਨਹੀਂ ਹੁੰਦਾ। ਜੋ ਉਹਦਾ ਹੁਕਮ ਹੁੰਦਾ ਵਾ, ਉਹਦੇ ਵਿੱਚ ਹੀ ਮਨੁੱਖ ਨੂੰ ਜਾਣਾ ਪੈਂਦਾ ਤੇ ਆਪ ਹੀ ਹੁਕਮ ਦੇ ਵਿੱਚ ਆ ਕੇ ਮਨੁੱਖ ਨੂੰ ਉਹ ਸਾਰੀ ਕਾਰ ਕਰਵਾਉਂਦਾ ਹੈ। ਨਾਨਕ ਸਾਹਿਬ ਅਵਰ ਨਾ ਦੂਜਾ, ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਹਿਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਜੋ ਸਾਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਾ ਸਕੇ, ਜੋ ਅੰਤ ਵਿੱਚ ਸਾਡਾ ਰਾਖਾ ਬਣ ਸਕੇ, ਕੇਵਲ ਉਹੀ ਹੈ। ਨਾਮ ਤੇਰਾ ਵਡਿਆਈ, ਉਸ ਦੇ ਨਾਮ ਦੇ ਵਿੱਚ ਹੀ ਸਾਨੂੰ ਵਡਿਆਈ ਮਿਲਦੀ ਹੈ। ਉਸ ਦੇ ਨਾਮ ਤੋਂ ਬਿਨਾਂ ਦੁਨੀਆ ਦੀ ਸ਼ਾਨੋ ਸ਼ੌਕਤ ਸ਼ੌਹਰਤ ਦੇ ਨਾਲ ਕਦੇ ਵੀ ਮਨੁੱਖ ਨੂੰ ਵਡਿਆਈ ਨਹੀਂ ਮਿਲਦੀ। ਤੂੰ ਸੱਚਾ ਸਿਰਜਣਹਾਰ, ਹੇ ਵਾਹਿਗੁਰੂ ਤੂੰ ਸੱਚਾ ਸਿਰਜਣਹਾਰਾ ਹੈ, ਤੂੰ ਸੱਚਾ ਹੈ, ਤੂੰ ਕਦੇ ਵੀ ਆਉਣ ਵਾਲਾ ਨਹੀਂ, ਤੂੰ ਸਮੇਂ ਤੋਂ ਰਹਿਤ ਹੈ, ਤੂੰ ਅਕਾਲ ਪੁਰਖ ਹੈ। ਕਾਲ ਤੇਰਾ ਪੈਦਾ ਕੀਤਾ ਹੈ, ਸੱਚੇ ਤੌਰ ਤੇ ਪੱਕੇ ਤੌਰ ਤੇ ਤੂੰ ਹੀ ਰਹਿਣ ਵਾਲਾ ਹੈ। ਅਲਖ ਸਿਰੰਦਿਆ ਜੀਓ, ਤੈਨੂੰ ਕਦੇ ਵੀ ਲਖਿਆ ਨਹੀਂ ਜਾ ਸਕਦਾ, ਤੇਰੀ ਕਦੇ ਵੀ ਗਤਮਿਤ ਨਹੀਂ ਪਾਈ ਜਾ ਸਕਦੀ, ਸਿਰਫ ਤੇਰੇ ਮੂਹਰੇ ਝੁਕਿਆ ਜਾ ਸਕਦਾ ਹੈ। ਏਕ ਸਾਹਿਬ ਦੋਏ ਰਾਹ, ਅਕਾਲ ਪੁਰਖ ਇੱਕ ਆ ਤੇ ਉਸ ਨੇ ਦੁਨੀਆ ਦੇ ਵਿੱਚ ਦੋ ਰਾਹ ਬਣਾਏ ਆ, ਇੱਕ ਚੰਗਾ, ਇੱਕ ਧਰਮ ਦਾ ਤੇ ਇੱਕ ਕੁਫਰ ਦਾ। ਇੱਕ ਵਾਹਿਗੁਰੂ ਆ, ਉਸ ਨੇ ਦੁਨੀਆ ਨੂੰ ਦੋ ਪਾਸੇ ਲਾਇਆ ਹੋਇਆ, ਦੋ ਰਾਹਾਂ ਦੇ ਵਿੱਚ ਉਸ ਨੇ ਪਾਇਆ ਹੋਇਆ। ਇੱਕ ਤਾਂ ਧਰਮ ਦਾ ਰਾਹ ਹੁੰਦਾ, ਵਾਹਿਗੁਰੂ ਦਾ ਰਾਹ ਹੁੰਦਾ, ਤੇ ਇੱਕ ਕੁਫਰ ਦਾ, ਝੂਠ ਦਾ, ਫਰੇਬ ਦਾ ਤੇ ਲਾਲਚ ਤੇ ਕਲਯੁਗੀ ਰਾਹ, ਜਿਹਨੂੰ ਅਸੀਂ ਕਹਿੰਦੇ ਆ ਕਿ ਦੁਨੀਆ ਦੇ ਵਿੱਚ ਰਹਿ ਕੇ ਬਸ ਰੱਬ ਨੂੰ ਕਦੇ ਯਾਦ ਨਹੀਂ ਕਰਨਾ, ਸਿਰਫ ਮਾਇਆ ਵੱਲ ਧਿਆਨ ਦੇਣਾ, ਝੂਠ ਦੀ ਦੁਨੀਆ ਦੇ ਵਿੱਚ ਆਪਣਾ ਜਿਹੜਾ ਮਨ ਹੈ ਉਸ ਨੂੰ ਖਚਿਤ ਰੱਖਣਾ। ਇੱਕ ਇਹ ਰਾਹ ਹੈ ਤੇ ਇੱਕ ਰੱਬ ਦੇ ਪਿਆਰਿਆਂ ਦਾ, ਰੱਬ ਦੇ ਨਾਲ ਜੁੜਨ ਵਾਲਾ ਰਾਹ ਹੈ। ਵਾਦ ਵਧੰਦਿਆ ਜੀਓ, ਤੇ ਇਹਨਾਂ ਦੋਵਾਂ ਰਾਹਾਂ ਦੇ ਵਿੱਚ ਕਦੇ ਵੀ ਏਕਤਾ ਨਹੀਂ ਹੋਈ ਅੱਜ ਤੱਕ। ਸਦਾ ਵਾਦ ਹੀ ਚੱਲਦਾ ਰਿਹਾ, ਸਦਾ ਜੰਗ ਚੱਲਦੀ ਰਹੀ। ਇੱਕ ਜਿਹੜਾ ਝੂਠ ਦਾ ਰਾਹ ਤੇ ਸੱਚ ਦਾ ਰਾਹ, ਇਹਦੀ ਸਦਾ ਲੜਾਈ ਰਹਿੰਦੀ ਆ। ਕਦੇ ਝੂਠ ਤੇ ਸੱਚ ਇੱਕ ਥਾਂ ਤੇ ਇਕੱਠੇ ਨਹੀਂ ਹੁੰਦੇ। ਇਸੇ ਕਰਕੇ ਹੀ ਤਾਂ ਗੁਰਸਿੱਖਾਂ ਦੇ ਉੱਤੇ ਬੇਅੰਤ ਤਸ਼ੱਦਦ, ਬੇਅੰਤ ਜ਼ੁਲਮ ਹੋਏ। ਇਸੇ ਕਰਕੇ ਹੀ ਤਾਂ ਸਾਡੇ ਗੁਰਧਾਮਾਂ ਤੇ ਸਮੇਂ-ਸਮੇਂ ਦੀਆਂ ਹਕੂਮਤਾਂ ਵੱਲੋਂ ਹਮਲੇ ਕੀਤੇ ਗਏ, ਕਿਉਂਕਿ ਜਿਹੜਾ ਸਾਡਾ ਰਾਹ ਵਾ ਉਹ ਸੱਚ ਦਾ ਰਾਹ ਵਾ।
ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸੱਚ ਦਾ ਦੀਵਾ ਜਗਦਾ। ਇਸ ਕਰਕੇ ਜਿਹੜੇ ਮਾੜੇ ਰਾਹ ਵਾਲੇ ਨੇ ਉਹ ਇਸ ਸੱਚ ਦੇ ਦੀਵੇ ਨੂੰ ਪਸੰਦ ਨਹੀਂ ਕਰਦੇ। ਦੋਵਾਂ ਦਾ ਵਾਦ ਵਿਵਾਦ ਚੱਲਦਾ ਰਹਿੰਦਾ ਤੇ ਸਮੇਂ ਦੇ ਨਾਲ ਵੱਧਦਾ ਰਹਿੰਦਾ ਵਾ। ਜਿਵੇਂ ਜਿਵੇਂ ਦੁਨੀਆ ਪੁਰਾਣੀ ਹੋਈ ਜਾਂਦੀ, ਉਵੇਂ ਜਿਹੜੀ ਸੱਚ ਦੀ ਤੇ ਝੂਠ ਦੀ ਲੜਾਈ ਆ ਉਹ ਹੋਰ ਕੈੜੀ ਹੋ ਰਹੀ ਹੈ। ਦੋਏ ਰਾਹ ਚਲਾਏ ਹੁਕਮ ਸਬਾਏ। ਪਰ ਇਸ ਦੇ ਵਿੱਚ ਵੀ ਕਿਸੇ ਦਾ ਕੋਈ ਕਸੂਰ ਨਹੀਂ। ਇਹ ਦੁਨੀਆ ਨੂੰ ਪੈਦਾ ਕਰਕੇ ਇਹ ਤਮਾਸ਼ਾ ਆਪ ਹੀ ਰੱਬ ਨੇ ਚਲਾਇਆ। ਇਹ ਦੋਵੇਂ ਰਾਹ ਨੇ ਜਿਹੜੇ ਉਹ ਆਪ ਹੀ ਵਾਹਿਗੁਰੂ ਨੇ ਬਣਾਏ ਨੇ। ਇਹ ਸਾਰਾ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਜਨਮ ਮੁਆ ਸੰਸਾਰਾ, ਉਹਦੇ ਹੁਕਮ ਦੇ ਵਿੱਚ ਸੰਸਾਰ ਜਨਮ ਲੈ ਕੇ ਆਉਂਦਾ ਹੈ, ਸੰਸਾਰ ਦਾ ਜੀਵ, ਤੇ ਉਹਦੇ ਹੁਕਮ ਦੇ ਵਿੱਚ ਹੀ ਚਲਿਆ ਜਾਂਦਾ। ਕਿਉਂ ਸਤਿਗੁਰੂ ਸਾਹਿਬ ਜੀ ਸਾਨੂੰ ਬਾਰ-ਬਾਰ ਇਹੀ ਉਪਦੇਸ਼ ਕਰੀ ਜਾਂਦੇ ਨੇ ਕਿ ਤੂੰ ਉਹਦੇ ਹੁਕਮ ਦੇ ਵਿੱਚ ਆਇਆ, ਤੂੰ ਉਸ ਦੇ ਹੀ ਹੁਕਮ ਦੇ ਵਿੱਚ ਜਾਣਾ, ਤਾਂ ਜੋ ਅਸੀਂ ਸਮਝ ਲਈਏ ਕਿ ਅਕਾਲ ਪੁਰਖ ਤੋਂ ਬਿਨਾਂ ਸਾਡਾ ਕੋਈ ਵੀ ਸਹਾਇਕ ਨਹੀਂ। ਅਸੀਂ ਆਪਣੇ ਜੀਵਨ ਦਾ ਜਿਹੜਾ ਰਾਹ ਵਾ ਉਹ ਰੱਬ ਨੂੰ ਬਣਾ ਲਈਏ। ਰੱਬੀ ਰਾਹ ਦੇ ਉੱਤੇ ਤੁਰਦਿਆਂ ਹੋਇਆ ਭਾਵੇਂ ਅਨੇਕਾਂ ਮੁਸ਼ਕਲਾਂ ਆਉਂਦੀਆਂ ਨੇ, ਤੁਰਨਾ ਬੜਾ ਔਖਾ। ਜੇ ਉਹਦੀ ਕਿਰਪਾ ਹੋਵੇ ਤਾਂ ਹੀ ਮਨੁੱਖ ਤੁਰ ਸਕਦਾ। ਪਰ ਇੱਕ ਅਰਦਾਸ ਤਾਂ ਮਨੁੱਖ ਕਰ ਹੀ ਸਕਦਾ ਨਾ ਕਿ ਹੇ ਵਾਹਿਗੁਰੂ ਤੂੰ ਸਾਨੂੰ ਆਪਣੇ ਰਾਹ ਦੇ ਉੱਤੇ ਚਲਾ, ਸਾਨੂੰ ਆਪਣੀ ਮਰਜ਼ੀ ਦੇ ਨਾਲ ਚਲਾ, ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ। ਇਹ ਤਾਂ ਅਸੀਂ ਕਰ ਸਕਦੇ ਹਾਂ, ਹੋਰ ਭਾਵੇਂ ਸਾਡੇ ਕੋਈ ਵੱਸ ਨਹੀਂ। ਤੇ ਜੇ ਅਸੀਂ ਅੱਜ ਤੋਂ ਹੀ ਇਹ ਕਰੀਏ, ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਨੂੰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਕਿ ਅਸੀਂ ਮੈਲੇ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਣ ਪਾਹ। ਜਿਹੜੀ ਮੈਲੀ ਹੋਇਆ ਕੱਪੜਾ ਹੁੰਦਾ ਨਾ, ਜਿਹੜਾ ਤੇਲ ਨਾਲ ਲਿਬੜਿਆ ਕੱਪੜਾ ਹੋਵੇ, ਜਾਂ ਜਿਹੜੇ ਕੱਪੜੇ ਨੂੰ ਅਸੀਂ ਰੋਜ਼ ਸਾਫ਼ ਸਫਾਈ ਲਈ ਵਰਤੀਏ, ਉਹਨੂੰ ਅਸੀਂ ਜਿੰਨੇ ਮਰਜ਼ੀ 100 ਧੋਣ ਪਾ ਲਈਏ ਉਹਦੇ ਦਾਗ ਕਦੇ ਲਹਿੰਦੇ ਨਹੀਂ, ਉਹ ਪੱਕ ਜਾਂਦੇ ਨੇ। ਇਸੇ ਤਰ੍ਹਾਂ ਹੀ ਬੰਦੇ ਦੀ ਆਤਮਾਵਾਂ ਪਤਾ ਨਹੀਂ ਇਹ ਕਿੱਥੋਂ ਕਿੱਥੋਂ ਕਿਹੜੇ ਜਨਮਾਂ ਦੇ ਵਿੱਚੋਂ ਚੱਲ ਕੇ ਆਈ, ਕਿਹੜੇ ਪਾਪ ਇਹਨੇ ਕਰ ਲਏ ਜਿਹੜੇ ਆਪ ਅਸੀਂ ਕਦੇ ਧੋ ਨਹੀਂ ਸਕਦੇ। ਕਈ ਵਾਰ ਅਸੀਂ ਇਹ ਗੱਲ ਕਰਦੇ ਹਾਂ, ਅਸੀਂ ਤਾਂ ਜੀ ਬੜੇ ਪੁੰਨ ਕੀਤੇ ਨੇ, ਅਸੀਂ ਬੜੇ ਚੰਗੇ ਕੰਮ ਕੀਤੇ ਨੇ। ਨਾ ਭਾਈ, ਜਿਹੜੇ ਪੁੰਨ ਨੇ ਨਾ ਸਾਡੇ ਇਸ ਜਨਮ ਦੇ ਵਿੱਚ, ਅਸੀਂ ਲੱਖਾਂ ਹੀ ਪੁੰਨ ਵੀ ਕਰ ਲਈਏ, ਸਾਡੇ ਪਾਪਾਂ ਦਾ ਪੱਲੜਾ ਜਿਹੜਾ ਉਹ ਸਦਾ ਹੀ ਭਾਰਾ ਰਹੂਗਾ। ਕਿਉਂਕਿ ਪਾਪ ਨੂੰ ਬੰਦਾ ਯਾਦ ਨਹੀਂ ਰੱਖਦਾ, ਜੇ ਇੱਕ ਵੀ ਚੰਗਾ ਕੰਮ ਕਰ ਲਵੇ ਉਸ ਨੂੰ ਹੀ ਯਾਦ ਰੱਖਦਾ। ਬਾਬਾ ਬੁੱਢਾ ਸਾਹਿਬ ਜੀ, ਅਸੀਂ ਥੋੜੀ ਬਹੁਤ ਸੇਵਾ ਕਰਕੇ ਕਹਿ ਦਿੰਨੇ ਆ ਕਿ ਅਸੀਂ ਬੜੀ ਜੀ ਸੇਵਾ ਕਰਦੇ ਆ, ਸਾਡੇ ਤੇ ਕੋਈ ਦੁੱਖ ਨਾ ਆਵੇ। ਬਾਬਾ ਬੁੱਢਾ ਜੀ ਨੇ 113 ਸਾਲ ਤੋਂ ਵੱਧ ਇਸ ਦਰ ਦੀ ਸੇਵਾ ਕੀਤੀ ਤੇ ਕਦੇ ਜਣਾਇਆ ਨਹੀਂ। ਪਹਿਲਾ ਪ੍ਰਕਾਸ਼ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਹੋਇਆ, ਉਦੋਂ 100 ਸਾਲ ਦੇ ਨਜ਼ਦੀਕ ਬਾਬਾ ਜੀ ਦੀ ਉਮਰ ਸੀ, ਪਰ ਉਦੋਂ ਵੀ ਨਿਮਾਣੇ ਹੋ ਕੇ ਖੜ ਗਏ ਤੇ ਸਤਿਗੁਰੂ ਸਾਹਿਬ ਜੀ ਨੇ ਆਪ ਇਹ ਸੇਵਾ ਬਖਸ਼ਿਸ਼ ਕੀਤੀ ਮੁੱਖ ਗ੍ਰੰਥੀ ਦੀ। ਆਪ ਮੂਹਰੇ ਨਹੀਂ ਹੋਏ, ਆਪ ਆਪਣੇ ਆਪ ਨੂੰ ਸਦਾ ਹੀ ਇਹ ਸਮਝਦੇ ਰਹੇ ਕਿ ਮੈਂ ਯੋਗ ਨਹੀਂ, ਮੇਰੀ ਸੇਵਾ ਘੱਟ ਆ, ਤੇ ਅਸੀਂ 2-4 ਦਿਨ ਸੇਵਾ ਕਰਕੇ ਆਪਣੀ ਹਰ ਮੰਗ ਮਨਵਾਉਣਾ ਚਾਹੁੰਦੇ ਹਾਂ ਗੁਰੂ ਤੋਂ। ਅਸੀਂ ਸਾਰੀ ਉਮਰ ਵੀ ਸੇਵਾ ਕਰੀਏ, ਸਾਰੀ ਉਮਰ ਵੀ ਉਹਦੇ ਆਸ਼ਿਕ ਬਣੇ ਰਹੀਏ, ਤਾਂ ਉਹਦਾ ਜੋ ਸਾਡੇ ਪੁੰਨਾਂ ਦਾ ਪੱਲੜਾ ਵਾ ਉਹ ਪਾਪਾਂ ਦੇ ਬਰਾਬਰ ਕਦੇ ਵੀ ਭਾਰਾ ਨਹੀਂ ਹੋ ਸਕਦਾ। ਸਾਡੇ ਪਾਪ ਸਦਾ ਹੀ ਵੱਧ ਰਹਿਣੇ ਆ। ਇਹ ਤਾਂ ਅਸੀਂ ਇਹੀ ਅਰਦਾਸ ਕਰਦੇ ਆ, ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲਏ, ਨਾਨਕ ਪਾਰ ਉਤਾਰ। ਨਾਮ ਬਿਨਾ ਨਾਹੀ ਕੋ ਬੇਲੀ, ਨਾਮ ਤੋਂ ਬਿਨਾ ਤੇਰਾ ਕੋਈ ਵੀ ਬੇਲੀ ਨਹੀਂ, ਕੋਈ ਵੀ ਸਾਥੀ ਨਹੀਂ। ਬਿਖਲਾ ਦੇ ਸਿਰ ਭਾਰਾ, ਨਾਮ ਤੋਂ ਬਿਨਾ ਜੋ ਵੀ ਕਮਾਇਆ ਨਾ ਉਹ ਜ਼ਹਿਰ ਵਾਂਗੂ ਸਿਰ ਦੇ ਉੱਤੇ ਲੱਦਿਆ ਹੋਇਆ, ਜ਼ਹਿਰ ਦੇ ਵਾਂਗੂ ਆਪਣੀ ਰੂਹ ਦੇ ਉੱਤੇ ਉਹਦਾ ਬੋਝ ਬਣਾਇਆ ਹੋਇਆ। ਨਾਮ ਤੋਂ ਬਿਨਾ ਸਾਰਾ ਬੋਝ ਹੀ ਜੀਵ ਆਤਮਾ ਇਕੱਠੀ ਕਰਦੀ ਆ,
ਤੇ ਜਦੋਂ ਗੰਠੜੀ ਲੈ ਕੇ ਜਾਂਦੀ ਆ ਆਪਣੇ ਪਾਪਾਂ ਦੀ, ਤਾਂ ਪਾਪਾਂ ਦੀ ਫਿਰ ਸਜ਼ਾ ਮਿਲਦੀ ਆ, ਫਿਰ ਦੁੱਖ ਭੋਗਣੇ ਪੈਂਦੇ ਨੇ, ਫਿਰ ਕੋਲੂ ਦੇ ਵਿੱਚ ਪੀੜਿਆ ਜਾਣਾ ਪੈਂਦਾ, ਫਿਰ ਜਨਮਾਂ ਜਨਮਾਂਤਰਾਂ ਦੇ ਵਿੱਚ ਭੌਣਾ ਪੈਂਦਾ ਹੈ। ਹੁਕਮੀ ਆਇਆ ਹੁਕਮ ਨਾ ਬੂਝਾ, ਹੁਕਮ ਦੇ ਵਿੱਚ ਆ ਕੇ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਦੀ ਜੀਵ ਆਤਮਾ। ਹੁਕਮ ਸਵਾਰਨ ਹਾਰਾ, ਹੁਕਮ ਹੀ ਅਕਾਲ ਪੁਰਖ ਦਾ, ਉਹਦੇ ਭਾਣੇ ਵਿੱਚ ਰਹਿਣਾ ਹੀ ਸਾਨੂੰ ਸਵਾਰ ਸਕਦਾ। ਜੇ ਅਸੀਂ ਐਨੇ ਨਿਮਾਣੇ ਹੋ ਜਾਈਏ ਕਿ ਹੇ ਸਤਿਗੁਰੂ, ਜਿਹੜਾ ਦੁੱਖ ਆਇਆ ਉਹ ਵੀ ਤੇਰਾ ਹੀ ਆ, ਉਹ ਵੀ ਤੂੰ ਹੀ ਦਿੱਤਾ, ਜੇ ਸੁੱਖ ਆ ਗਿਆ ਉਹ ਵੀ ਤੂੰ ਹੀ ਦਿੱਤਾ, ਜੇ ਦੋਵਾਂ ਵਿੱਚ ਹੀ ਅਸੀਂ ਸ਼ੁਕਰ ਕਰਨਾ ਸਿੱਖ ਲਈਏ, ਤਾਂ ਸਾਡੇ ਮਨ ਦੇ ਵਿੱਚ ਜਿਹੜੇ ਇਸ ਆਨੰਦ ਦੀ ਸੱਚੇ ਪਾਤਸ਼ਾਹ ਗੱਲ ਕਰਦੇ ਨੇ ਨਾ, ਉਹ ਆਨੰਦ ਫੇਰ ਸਾਡੇ ਮਨ ਦੇ ਵਿੱਚ ਵਰਤਣਾ ਵਾ। ਫੇਰ ਹੀ ਇਸ ਆਨੰਦ ਦਾ ਜੋ ਨਜ਼ਾਰਾ ਵਾ ਉਹ ਮਨੁੱਖ ਲੈ ਸਕਦਾ, ਜਦੋਂ ਹੁਕਮ ਦੇ ਵਿੱਚ ਆਪਣੇ ਆਪ ਨੂੰ ਰੱਖ ਕਰਕੇ ਆਪਣੇ ਆਪ ਨੂੰ ਸਵਾਰਦਾ ਹੈ। ਨਾਨਕ ਸਾਹਿਬ ਸਬਦ ਸੰਜਾਪੈ, ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਦੇ ਸ਼ਬਦ ਰਾਹੀਂ ਹੀ ਵਾਹਿਗੁਰੂ ਦੀ ਸੋਝੀ ਪੈਂਦੀ ਆ। ਅੱਜ ਗੱਲ ਇਹ ਹੋਈ ਆ ਕਿ ਅਸੀਂ ਜੋ ਸਾਡੇ ਹੱਥਾਂ ਵਿੱਚ ਛੋਟੇ ਛੋਟੇ ਸ਼ੀਸ਼ੇ ਨੇ, ਉਹਨਾਂ ਦੇ ਵੱਲ ਜ਼ਿਆਦਾ ਧਿਆਨ ਮਾਰਦੇ ਆ, ਆਪਣੇ ਜੀਵਨ ਵੱਲ ਘੱਟ ਮਾਰਦੇ ਆ। ਸਾਨੂੰ ਪਤਾ ਹੀ ਨਹੀਂ ਵੀ ਕਿ ਸਾਡੇ ਨਾਲ ਬੈਠਾ ਬੰਦਾ ਕੀ ਕਰਦਾ, ਕੀ ਹੋਈ ਜਾਂਦਾ। ਇੱਥੋਂ ਤੱਕ ਗੁਰਧਾਮਾਂ ਵਿੱਚ, ਗੁਰ ਅਸਥਾਨਾਂ ਦੇ ਵਿੱਚ ਆ ਕੇ ਵੀ ਅਸੀਂ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ। ਅਸੀਂ ਆਪਣੀ ਜਿਹੜੀ ਬਿਰਤੀ ਆ ਉਹ ਅਕਾਲ ਪੁਰਖ ਦੇ ਨਾਲੋਂ ਤੋੜੀ ਹੋਈ ਆ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਵਾਹਿਗੁਰੂ ਦੀ ਪਛਾਣ ਉਦੋਂ ਹੁੰਦੀ ਆ ਜਦੋਂ ਮਨੁੱਖ ਗੁਰੂ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਜੋੜ ਲੈਂਦਾ ਹੈ। ਸਾਚਾ ਸਿਰਜਣਹਾਰ, ਜਦੋਂ ਸੱਚੇ ਸਿਰਜਣਹਾਰ ਨੂੰ ਉਹ ਪਛਾਣ ਲੈਂਦਾ ਹੈ। ਭਗਤ ਸੋਹੇ ਦਰਬਾਰ, ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਦਰਬਾਰ ਦੇ ਵਿੱਚ ਬੜੇ ਸੋਹਣੇ ਲੱਗਦੇ ਨੇ। ਉਹ ਦਰਬਾਰ ਦੇ ਵਿੱਚ ਬੈਠੇ ਬੜੇ ਸਜਦੇ ਨੇ, ਬੜੇ ਸੋਹਣੇ ਲੱਗਦੇ ਨੇ, ਉਹਨਾਂ ਨੂੰ ਇੱਜ਼ਤ ਮਿਲਦੀ ਆ। ਜਦੋਂ ਜਿਹੜਾ ਜੀਵ ਨਾਮ ਦੀ ਕਮਾਈ ਕਰਕੇ ਦੁਨੀਆ ਤੋਂ ਜਾਂਦਾ ਨਾ, ਕਬੀਰ ਜੀ ਦਾ ਸ਼ਬਦ ਆ, ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਬਾਪੂੜੇ, ਜੋ ਹਟ ਹੈ ਹਾਟ ਬਿਕਾਏ। ਜਿਹੜਾ ਸਾਕਤ ਆ ਉਹਨੂੰ ਤਾਂ ਰੋਈਏ, ਸੰਤ ਨੂੰ ਅਸੀਂ ਕੀ ਰੋਈਏ? ਉਹ ਤਾਂ ਆਪਣੇ ਘਰੇ ਚਲਿਆ ਜਾਂਦਾ, ਕਿਉਂਕਿ ਉਹਨੇ ਸਾਰੀ ਉਮਰ ਰੱਬ ਨੂੰ ਯਾਦ ਕਰਕੇ ਉਹਦੇ ਹੁਕਮ ਵਿੱਚ ਤੁਰ ਕੇ ਨਾਮ ਦੀ ਕਮਾਈ ਕੀਤੀ ਹੁੰਦੀ। ਉਹਦੇ ਵਾਸਤੇ ਰੋ ਨਹੀਂ ਸਕਦੇ, ਉਹ ਆਪਣੇ ਅਸਲੀ ਘਰ ਦੇ ਵਿੱਚ ਚਲਿਆ ਜਾਂਦਾ। ਪਰ ਜਿਹੜੇ ਮਨਮੁਖ ਹੁੰਦੇ ਆ, ਜਿਵੇਂ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ, ਉਹਨਾਂ ਨੂੰ ਵੱਖ ਕਰ ਦਿੱਤਾ ਜਾਂਦਾ। ਉਹਨਾਂ ਨੂੰ ਰੱਬ ਦੇ ਘਰ ਵਿੱਚ ਥਾਂ ਨਹੀਂ ਮਿਲਦੀ। ਥਾਂ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਮੂੰਹ ਕਾਲੇ ਕਰਕੇ ਉਹਨਾਂ ਲੋਕਾਂ ਦੇ ਨਰਕਾਂ ਵਿੱਚ ਉਹਨਾਂ ਨੂੰ ਪਾ ਦਿੱਤਾ ਜਾਂਦਾ, ਜਿਹੜੇ ਰੱਬ ਨੂੰ ਭੁੱਲ ਕੇ ਜੀਵਨ ਨੂੰ ਬਤੀਤ ਕਰਦੇ ਨੇ। ਤੇ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਹੁੰਦੇ ਨੇ, ਉਹ ਸੋਹਣੇ ਲੱਗਦੇ ਨੇ। ਦਰਬਾਰ ਦੇ ਵਿੱਚ ਬੈਠੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਇਉਂ ਜਾਂਦੇ ਨੇ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ, ਸੱਚਾ ਪਿੰਡ ਮੱਲਿਆ। ਉਹ ਆਪਣੀ ਜਿਹੜੀ ਸੱਚੀ ਤੇ ਪੱਕਾ ਘਰ ਵਾ, ਇਹ ਇੱਥੇ ਸਾਡੇ ਕੱਚੇ ਘਰ ਨੇ। ਜਿੰਨੀ ਸਾਡੀ ਉਮਰ ਆ ਉਹਨਾਂ ਸਮਾਂ ਅਸੀਂ ਇਸ ਘਰ ਦੇ ਵਿੱਚ ਰਹਿ ਸਕਦੇ ਆ, ਉਦੋਂ ਬਾਅਦ ਇਹ ਸਾਡਾ ਘਰ ਨਹੀਂ। ਉਦੋਂ ਬਾਅਦ ਇੱਥੇ ਸਾਡਾ ਕੋਈ ਦੋਸਤ ਨਹੀਂ, ਕੋਈ ਮਿੱਤਰ ਨਹੀਂ। ਜਿਹੜਾ ਪੱਕਾ ਘਰ ਆ ਉਸ ਨੂੰ ਉਸ ਦੇ ਵਿੱਚ ਥਾਂ ਮਿਲਦੀ, ਜਿਹੜੇ ਭਗਤੀ ਦੇ ਵਿੱਚ ਰੰਗੇ ਹੁੰਦੇ ਨੇ। ਇਸ ਕਰਕੇ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਦਰਬਾਰ ਦੇ ਵਿੱਚ ਸੋਹਣੇ ਲੱਗਦੇ ਨੇ। ਸ਼ਬਦ ਸੁਹਾਇਆ ਜੀਓ, ਕਿਉਂਕਿ ਉਹਨਾਂ ਨੂੰ ਸ਼ਬਦ ਨੇ, ਗੁਰੂ ਦੇ ਸ਼ਬਦ ਨੇ, ਰੱਬ ਦੀ ਬੰਦਗੀ ਨੇ ਉਹਨਾਂ ਨੂੰ ਸੋਹਣੇ ਬਣਾ ਦਿੱਤਾ। ਉਹ ਰੱਬ ਨੂੰ ਪਸੰਦ ਤਾਂ ਆਏ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਦੇ ਹੁਕਮ ਦੇ ਵਿੱਚ ਰਹਿ ਕਰਕੇ ਨਾਮ ਦੀ, ਸ਼ਬਦ ਦੀ ਕਮਾਈ ਕੀਤੀ, ਜਿਹਦੇ ਨਾਲ ਰੱਬ ਨੂੰ ਉਹ ਭਾ ਗਏ, ਸੋਹਣੇ ਲੱਗ ਗਏ। ਬੋਲੇ ਅੰਮ੍ਰਿਤ ਬਾਣ, ਉਹ ਅੰਮ੍ਰਿਤ ਬਚਨ ਬੋਲਦੇ ਨੇ।
ਉਹ ਅੰਮ੍ਰਿਤ ਬਾਣੀ ਦੇ ਵਿੱਚ ਰੁੱਝੇ ਰਹਿੰਦੇ ਨੇ। ਉਹਨਾਂ ਦੇ ਮੁਖੋਂ ਜਿਹੜੀ ਬੋਲੀ ਹੋਈ ਗੱਲ ਆ ਉਹ ਅੰਮ੍ਰਿਤ ਵਾਂਗੂ ਵਰਸਦੀ ਆ, ਉਹ ਬਹੁਤਿਆਂ ਨੂੰ ਸੁਧਾਰ ਵੀ ਜਾਂਦੀ ਆ। ਕਿਉਂਕਿ ਅਸੀਂ ਜਪਜੀ ਸਾਹਿਬ ਦੇ ਵਿੱਚ ਅਖੀਰ ਤੇ ਸ਼ਲੋਕ ਪੜ੍ਹਦੇ ਆ, ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਘਾਲ। ਉਹ ਆਪ ਤਾਂ ਘਾਲਣਾ ਕਰਦੇ ਨੇ, ਮੁਸ਼ੱਕਤ ਕਰਦੇ ਨੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਆਪ ਤਾਂ ਰੱਬ ਦੇ ਘਰ ਦੇ ਵਿੱਚ ਜਾ ਕੇ ਉਜਲ ਹੁੰਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ, ਦਰਬਾਰ ਵਿੱਚ ਚਲੇ ਜਾਂਦੇ ਨੇ, ਪਰ ਕਿੰਨਿਆਂ ਨੂੰ ਨਾਲ ਵੀ ਲੈ ਜਾਂਦੇ ਨੇ। ਕਿੰਨੇ ਹੀ ਨਾਲ ਵਾਲੇ ਸੰਗੀਆਂ ਸਾਥੀਆਂ ਨੂੰ ਵੀ ਉਹ ਤਾਰ ਲੈਂਦੇ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਐਸੀ ਮੁਖੋਂ ਨਿਕਲਦੀ ਹੈ, ਰਸਨ ਰਸਾਇਆ ਜੀਓ। ਉਹਨਾਂ ਦੀ ਰਸਨਾ ਦੇ ਵਿੱਚੋਂ ਸੋਹਣਾ ਨਾਮ ਦਾ ਰਸ ਸਦਾ ਕਿਰਦਾ ਹੈ। ਰਸਨ ਰਸਾਏ ਨਾਮ ਤਿਸਾਏ। ਉਹਨਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕਰਕੇ ਆਪ ਅਕਾਲ ਪੁਰਖ ਨੇ ਆਪਣਾ ਨਾਮ ਸਦਾ ਲਈ ਪੱਕਾ ਕਰ ਦਿੰਦਾ। ਵਾਹਿਗੁਰੂ ਉਹਨਾਂ ਨੂੰ ਕਦੇ ਵੀ ਭੁੱਲਣ ਨਹੀਂ ਦਿੰਦਾ। ਜੇ ਕੋਈ ਗੁਰਮੁਖ ਪਿਆਰਾ ਰਾਹ ਤੋਂ ਭਟਕਦਾ ਵੀ ਆ ਤਾਂ ਰੱਬ ਉਂਗਲ ਫੜ ਕੇ ਉਹਨੂੰ ਵਾਪਸ ਲੈ ਆਉਂਦਾ। ਇਸ ਕਰਕੇ ਸਦਾ ਅਰਦਾਸ ਕਰੀਏ ਕਿ ਰੱਬਾ, ਜੇ ਜਾਣੇ ਅਣਜਾਣੇ ਦੇ ਵਿੱਚ ਵੀ ਅਸੀਂ ਗਲਤ ਰਾਹੇ ਪਏ ਹੋਏ ਹਾਂ, ਭਾਵੇਂ ਅਸੀਂ ਉੱਪਰੋਂ ਧਰਮੀ ਆ, ਪਰ ਜੇ ਸਾਡੇ ਅੰਦਰ ਫੇਰ ਵੀ ਕਿਸੇ ਤਰ੍ਹਾਂ ਦੀ ਮੈਲ ਆ, ਤੂੰ ਆਪ ਹੀ ਕਿਰਪਾ ਕਰ, ਉਹ ਮੈਲ ਕੱਢ ਦੇ ਤੇ ਆਪਣੇ ਮੇਰੀ ਜਿਹੜੀ ਰਸਨਾ ਵਾ ਉਹਦੇ ਉੱਤੇ ਪੱਕੇ ਤੌਰ ਤੇ ਆਪਣਾ ਅੰਮ੍ਰਿਤ ਨਾਮ ਆ ਜਿਹੜਾ ਉਹ ਬਖਸ਼ ਦੋ। ਗੁਰ ਕੈ ਸ਼ਬਦ ਵਿਕਾਣੇ। ਉਹ ਗੁਰੂ ਦੇ ਸ਼ਬਦ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਵੇਚਿਆ ਹੁੰਦਾ। ਵੇਚਣ ਤੋਂ ਭਾਵ ਕਿ ਗੁਰਬਾਣੀ ਦੇ ਉੱਤੇ ਉਹਨਾਂ ਦਾ ਇੰਨਾ ਨਿਸ਼ਚਾ ਹੁੰਦਾ ਕਿ ਗੁਰਬਾਣੀ ਦੇ ਹੁਕਮਾਂ ਦੇ ਉੱਤੇ ਚੱਲਦੇ ਨੇ। ਆਪਣੀ ਜਿਹੜੀ ਮੱਤ ਆ ਗੁਰੂ ਨੂੰ ਵੇਚ ਦਿੰਦੇ ਨੇ। ਆਪਣੀ ਮੱਤ ਨਹੀਂ ਵਰਤਦੇ, ਆਪਣੀ ਮੱਤ ਤੋਂ ਕਿਤੇ ਵੀ ਨਹੀਂ ਵਰਤਦੇ। ਜਦੋਂ ਵੀ ਵਰਤਦੇ ਨੇ ਉਹ ਗੁਰ ਮੱਤ ਵਰਤਦੇ ਨੇ, ਗੁਰੂ ਤੋਂ ਹੀ ਸੋਝੀ ਮੰਗਦੇ ਨੇ, ਆਪ ਹੁਦਰੀਆਂ ਨਹੀਂ ਕਰਦੇ। ਇਸ ਕਰਕੇ ਉਹਨਾਂ ਦੀ ਜਿਹੜੀ ਰਸਨਾਵਾਂ ਉਸ ਦੇ ਉੱਤੇ ਜਿਹੜਾ ਨਾਮ ਆ ਉਹ ਪੱਕਾ ਹੋ ਜਾਂਦਾ ਤੇ ਗੁਰੂ ਦੇ ਸ਼ਬਦ ਨੂੰ ਉਹ ਆਪਣਾ ਆਪਾ ਵੇਚ ਦਿੰਦੇ ਨੇ। ਪਾਰਸ ਪਰਸਿਐ ਪਾਰਸ ਹੋਏ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਜਿਵੇਂ 10ਵੇਂ ਪਾਤਸ਼ਾਹ ਜੀ ਦਾ ਇਹ ਬਚਨ ਹੈ ਕਿ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ, ਗੁਰੂ ਪਾਰਸ ਦੀ ਤਰ੍ਹਾਂ। ਪਾਰਸ ਉਹ ਪੱਥਰ ਹੁੰਦਾ ਜਿਹੜਾ ਜਿਹਦੇ ਨਾਲ ਜੁੜਦਾ ਉਹ ਦੂਜੀ ਚੀਜ਼ ਨੂੰ ਵੀ ਉਦਾਂ ਦਾ ਕੀਮਤੀ ਬਣਾ ਦਿੰਦਾ। ਉਵੇਂ ਹੀ ਗੁਰੂ ਪਾਰਸ ਆ, ਜਿਹੜਾ ਵੀ ਮਨੁੱਖ ਗੁਰੂ ਦੇ ਨਾਲ ਜੁੜਦਾ ਉਸ ਨੂੰ ਗੁਰੂ ਪਾਰਸ ਆ ਜਿਹੜਾ ਉਹ ਆਪਣੇ ਵਰਗਾ ਪਾਰਸ ਬਣਾ ਦਿੰਦਾ ਤੇ ਉਹ ਹੋਰਾਂ ਦਾ ਜੀਵਨ ਵੀ ਉਧਾਰ ਦਿੰਦਾ। ਪਾਰਸ ਪਰਸਿਆ ਪਾਰਸ ਹੋਏ। ਪਾਰਸ ਦੇ ਨਾਲ ਜੁੜ ਕੇ ਆਪ ਵੀ ਉਹ ਪਾਰਸ ਬਣ ਜਾਂਦੇ ਹਨ। ਜਾ ਤੇਰਾ ਮਨ ਭਾਣੇ। ਜਾਂ ਜੇ ਉਹ ਤੈਨੂੰ ਭਾ ਜਾਣ ਤਾਂ, ਜਿਹੜੇ ਤੈਨੂੰ ਭਾ ਜਾਂਦੇ ਨੇ ਉਹਨੂੰ ਤੂੰ ਗੁਰੂ ਮਿਲਾ ਦਿੰਨਾ। ਗੁਰੂ ਜਿਹੜਾ ਦਰਗਾਹ ਦਾ ਬਸੀਠ, ਦਰਗਾਹ ਦਾ ਵਿਚੋਲਾ ਹੈ, ਉਹ ਗੁਰਦੁਆਰੇ ਆ ਜਾਂਦਾ। ਗੁਰੂ ਘਰ ਦੇ ਵਿੱਚ ਆ ਕੇ ਉਹਨੂੰ ਆਪਣੇ ਪਾਪਾਂ ਦੀ ਸੋਝੀ ਹੋ ਜਾਂਦੀ। ਉਹ ਗੁਰੂ ਦੇ ਮੂਹਰੇ ਝੁਕਦਾ, ਗੁਰੂ ਦੀ ਮਰਿਆਦਾ ਨੂੰ ਮੰਨਦਾ, ਅੰਮ੍ਰਿਤਧਾਰੀ ਹੋ ਜਾਂਦਾ, ਗੁਰੂਆਂ ਦੇ ਹੁਕਮਾਂ ਦੇ ਉੱਤੇ ਚੱਲ ਕੇ ਸੇਵਾ ਸਿਮਰਨ ਕਰਦਾ। ਤੇ ਇਸ ਤਰ੍ਹਾਂ ਜਦੋਂ ਉਹ ਅਕਾਲ ਪੁਰਖ ਨੂੰ ਭਾ ਜਾਵੇ ਤਾਂ ਉਦੋਂ ਉਹ ਗੁਰੂ ਪਾਰਸ ਦੇ ਨਾਲ ਰਲ ਕੇ ਆਪ ਵੀ ਪਾਰਸ ਹੋ ਜਾਂਦਾ ਤੇ ਆਪ ਵੀ ਤਰਦਾ ਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਅਮਰਾ ਪਦ ਪਾਇਆ ਆਪ ਗਵਾਇਆ। ਅਮਰਾ ਪਦ ਜਿਹੜਾ ਸਦਾ ਅਮਰ ਰਹਿਣ ਵਾਲੀ ਪਦਵੀ ਆ ਉਹ ਉਸ ਨੂੰ ਮਿਲ ਜਾਂਦੀ ਆ, ਆਪਣਾ ਆਪਾ ਉਹ ਗਵਾ ਲੈਂਦਾ ਹੈ। ਵਿਰਲਾ ਗਿਆਨ ਵਿਚਾਰੀ। ਪਰ ਇਸ ਤਰ੍ਹਾਂ ਦਾ ਗਿਆਨ ਵਿਰਲਾ ਹੀ ਕੋਈ ਵਿਚਾਰਦਾ। ਦੁਨਿਆਵੀ ਗਿਆਨ ਤਾਂ ਸਾਰੇ ਵਿਚਾਰਦੇ ਨੇ। ਜਦੋਂ ਚਾਰ ਬੰਦੇ ਅਸੀਂ ਇਕੱਠੇ ਹੁੰਨੇ ਆ, ਦੁਨੀਆ ਦੀਆਂ ਗੱਲਾਂ ਕਰਨੀਆਂ, ਦੁਨੀਆ ਦੀਆਂ ਗੱਲਾਂ ਕਰ ਕਰਕੇ ਆਪਣੀ ਰੂਹ ਨੂੰ ਖੁਸ਼ੀ ਦੇਣੀ, ਇਹ ਸਾਰੇ ਕੱਚੇ ਆਨੰਦ ਹਨ। ਇਹਨਾਂ ਤੋਂ ਪਰੇ ਹੋ ਕੇ, ਨਕਲੀ ਚੀਜ਼ਾਂ ਤੋਂ ਪਰੇ ਹੋ ਕੇ ਅਸਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੀ ਅਮਰਾ ਪਦ ਦੀ ਪ੍ਰਾਪਤੀ ਦਾ ਰਾਹ ਹੈ। ਅਮਰ ਹੋਣ ਵਾਲਾ ਜਿਹੜੀ ਪਦਵੀ ਆ
ਉਹ ਤਾਂ ਹੀ ਮਿਲਦੀ ਆ, ਪਰ ਇਹ ਜਿਹੜਾ ਗਿਆਨ ਆ ਉਹ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਨਾਨਕ ਭਗਤ ਸੋਹਣ ਦਰ ਸਾਚਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਫੇਰ ਫਰਮਾਉਂਦੇ ਨੇ, ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਇਸ ਰਾਹ ਉੱਤੇ ਚੱਲਦੇ ਆ ਉਹ ਭਗਤ ਰੱਬ ਦੇ ਘਰ ਦੇ ਵਿੱਚ ਬੈਠੇ ਸੋਹਣੇ ਲੱਗਦੇ ਹਨ। ਸਾਚੇ ਕੇ ਵਪਾਰੀ। ਉਹ ਸੱਚੇ ਅਕਾਲ ਪੁਰਖ ਦੇ ਵਪਾਰੀ ਹੁੰਦੇ ਆ। ਉਹ ਵਪਾਰੀ ਕਿਹੋ ਜਿਹੇ ਹੁੰਦੇ ਆ? ਜੇ ਅਸੀਂ ਸਿੱਖ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਤਾਂ ਉਹ ਵਪਾਰੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਧਰਮ ਦੇ ਉੱਤੋਂ, ਗੁਰੂ ਦੇ ਉੱਤੋਂ ਹੋਰ ਕੋਈ ਚੀਜ਼ ਹੀ ਨਹੀਂ ਹੁੰਦੀ। ਉਹਨਾਂ ਨੂੰ ਮਾਇਆ ਦਾ ਲਾਲਚ ਘੱਟ ਹੁੰਦਾ, ਨਾਮ ਜਪਣ ਦਾ ਲਾਲਚ ਵੱਧ ਹੁੰਦਾ। ਭਾਵੇਂ ਉਹਨਾਂ ਦੀ ਜਿਹੜੀ ਇੱਜ਼ਤ ਪੈ ਜਾ, ਉਹ ਅਕਾਲ ਪੁਰਖ ਇੱਥੇ ਦੋਵੇਂ ਥਾਵ ਰੱਖੇ ਗੁਰਸੂਰੇ, ਹਾਲਤ ਪਾਲਤ ਪ੍ਰਭ ਦੋਹੇ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਭਾਵੇਂ ਉਹਦੇ ਸਾਰੇ ਕਾਰਜ ਪੂਰਾ ਕਰਨ ਵਾਲਾ ਆਪ ਵਾਹਿਗੁਰੂ ਹੈ, ਉਹ ਜਿਹੜੇ ਸੱਚੇ ਵਾਹਿਗੁਰੂ ਦੇ ਵਪਾਰੀ ਨੇ ਉਹ ਉਸ ਦੇ ਦਰਬਾਰ ਦੇ ਵਿੱਚ ਸੋਹਣੇ ਲੱਗਦੇ ਨੇ। ਭੂਖ ਪਿਆਸੋ ਆਥ। ਜਿਹੜੀ ਭੁੱਖ ਪਿਆਸ ਆ, ਜੋ ਮਾਇਆ ਦੀ ਭੁੱਖ ਪਿਆਸ ਆ, ਉਹ ਮਨੁੱਖ ਨੂੰ ਕਿਉ ਦਰ ਜਾਇਸਾ ਜੀਓ। ਉਹ ਉਸ ਨੂੰ ਦਰ ਦੇ ਉੱਤੇ ਪਹੁੰਚਣ ਨਹੀਂ ਦਿੰਦੀ। ਜਿਹੜੀ ਮਾਇਆ ਦੀ ਭੁੱਖ ਪਿਆਸ ਆ ਉਹ ਬੰਦੇ ਨੂੰ ਇੱਥੇ ਹੀ ਉਲਝਾਈ ਰੱਖਦੀ ਆ ਦੁਨੀਆ ਵਿੱਚ ਹੀ। ਜਦੋਂ ਉਸ ਤੋਂ ਉੱਪਰ ਉੱਠ ਕੇ ਦੇਖਦੇ ਆ ਉਦੋਂ ਹੀ ਰੱਬ ਦੇ ਦਰ ਦੇ ਉੱਤੇ ਜਾਇਆ ਜਾ ਸਕਦਾ। ਇਸ ਤਰ੍ਹਾਂ ਦੀ ਭੁੱਖ ਪਿਆਸ ਜਿਹੜੀ ਨਿਰਿਓ ਹੀ ਮਾਇਆ ਦੀ ਭੁੱਖ ਪਿਆਸ ਆ, ਉਹ ਰੱਬ ਦੇ ਨਾਲ ਬੰਦੇ ਨੂੰ ਨਹੀਂ ਜੁੜਨ ਦਿੰਦੀ। ਸਤਿਗੁਰ ਪੁੱਛੋ ਜਾਏ। ਸਤਿਗੁਰੂ ਨੂੰ ਜਾ ਕੇ ਪੁੱਛੋ, ਹੈ ਭਾਈ, ਸਤਿਗੁਰੂ ਨੂੰ ਜਾ ਕੇ ਪੁੱਛੋ ਕਿ ਦੁਨੀਆ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ ਮੈਂ ਕਿਵੇਂ ਨਾਮ ਜਪਾਂ, ਨਾਮ ਧਿਆਏ ਸਾ ਜੀਓ। ਕਿਵੇਂ ਮੈਂ ਨਾਮ ਨੂੰ ਧਿਆਵਾਂ, ਕਿਵੇਂ ਮੈਂ ਆਪਣੀ ਜਿਹੜੀ ਰੂਹ ਹੈ ਉਸ ਨੂੰ ਨਾਮ ਦੇ ਵਿੱਚ ਰੰਗਾਂ। ਇਹ ਗੱਲ ਗੁਰੂ ਨੂੰ ਜਾ ਕੇ ਪੁੱਛੋ। ਕਿਸੇ ਕੱਚੇ ਪਿੱਲੇ ਕੋਲ ਨਾ ਜਾਓ, ਕਿਸੇ ਨਕਲੀ ਦੇਹਧਾਰੀ ਪਖੰਡੀ ਕੋਲ ਨਾ ਜਾਓ। ਗੁਰੂ ਗ੍ਰੰਥ ਸਾਹਿਬ ਜੀ ਕੋਲ ਆਓ, ਪਾਵਨ ਗੁਰਧਾਮਾਂ ਦੇ ਦਰਸ਼ਨ ਕਰੋ, ਸਿੱਖ ਇਤਿਹਾਸ ਦੀ ਪੜ੍ਹਾਈ ਕਰੋ, ਆਪਣੀ ਹੋਂਦ ਨੂੰ ਪਛਾਣੋ ਕਿ ਅਸੀਂ ਕੌਣ ਆ ਤੇ ਅਸੀਂ ਕੀ ਕਰਨ ਆਏ ਆ, ਸਾਡੇ ਪੁਰਖਿਆਂ ਨੇ ਕੀ ਕੀਤਾ ਤੇ ਸਾਡਾ ਕੀ ਫਰਜ਼ ਆ। ਨਸ਼ਿਆਂ ਤੋਂ ਪਰਹੇਜ਼ ਕਰੀਏ, ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਗੁਰੂ ਨੂੰ ਜਾ ਕੇ ਪੁੱਛੀਏ ਕਿ ਹੇ ਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ, ਸਾਨੂੰ ਸਹੀ ਜੀਵਨ ਦਾ ਰਾਹ ਦਿਖਲਾ। ਸਚ ਨਾਮ ਧਿਆਈ ਸਾਚ ਚਵਾਈ। ਜਿਨ੍ਹਾਂ ਨੇ ਸੱਚੇ ਨਾਮ ਨੂੰ ਧਿਆਇਆ ਤੇ ਮੁਖੋਂ ਸੱਚੇ ਨਾਮ ਨੂੰ ਅਲਾਇਆ ਹੈ, ਗੁਰਮੁਖ ਸਾਚ ਪਛਾਣਾ। ਉਹਨਾਂ ਗੁਰਮੁਖਾਂ ਨੇ ਗੁਰੂ ਦੇ ਵੱਲ ਨੂੰ ਮੁਖ ਕਰਕੇ ਸੱਚ ਨੂੰ ਪਛਾਣ ਲਿਆ। ਗੁਰੂ ਦੀ ਰਹਿਤ ਮਰਿਆਦਾ, ਗੁਰੂ ਦੀ ਆਗਿਆ ਦੇ ਵਿੱਚ ਚੱਲ ਕਰਕੇ ਉਹਨਾਂ ਨੇ ਅਕਾਲ ਪੁਰਖ ਦੇ ਨਾਲ ਪ੍ਰੇਮ ਪ੍ਰੀਤ ਪਾ ਲਈ। ਦੀਨਾਨਾਥ ਦਇਆਲ ਨਿਰੰਜਨ। ਗਰੀਬਾਂ ਦਾ ਰਾਖਾ, ਗਰੀਬਾਂ ਦਾ ਨਾਥ, ਗਰੀਬਾਂ ਦੇ ਉੱਤੇ ਕਿਰਪਾ ਕਰਨ ਵਾਲਾ, ਦਇਆਲ ਨਿਰੰਜਨ, ਜਿਹੜਾ ਸਾਰੀ ਦੁਨੀਆ ਦੇ ਉੱਤੇ ਮਾਇਆ ਨੂੰ ਪੈਦਾ ਕਰਨ ਵਾਲਾ ਪਰ ਆਪ ਨਿਰੰਜਨ ਆ। ਉਹਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ, ਆਪ ਬਣਾ ਕੇ ਵੀ ਉਹ ਇਸ ਤੋਂ ਰਹਿਤ ਹੈ। ਆਨੰਦਿਨ ਨਾਮ ਵਖਾਣਾ। ਆਨੰਦਿਨ ਜਿਹੜੇ ਗੁਰੂ ਦੇ ਵੱਲ ਨੂੰ ਮੁੱਖ ਕਰ ਲੈਂਦੇ ਨੇ, ਗੁਰੂ ਤੋਂ ਸੋਝੀ ਮੰਗਦੇ ਨੇ, ਫਿਰ ਉਹ ਆਨ ਦਿਨ ਭਾਵ ਹਰ ਰੋਜ਼ ਹਰ ਪਲ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਤੇ ਇਸ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ। ਕਰਨੀ ਕਾਰ ਧੁਰੋਂ ਫੁਰਮਾਈ। ਪਰ ਅਖੀਰ ਤੇ ਸੱਚੇ ਪਾਤਸ਼ਾਹ ਜੀ ਫਿਰ ਇਹੀ ਫਰਮਾਨ ਕਰਦੇ ਨੇ, ਇਹ ਜਿਹੜੀ ਕਰਨੀ ਆ, ਇਹ ਜਿਹੜੀ ਕਾਰ ਆ, ਇਹ ਧੁਰੋਂ ਰੱਬ ਨੇ ਲਿਖੀ ਹੁੰਦੀ ਆ। ਬੰਦੇ ਦਾ ਕਦੇ ਵਸ ਨਹੀਂ ਚੱਲਦਾ। ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਮਨੁੱਖ ਗਲਤ ਰਾਹੇ ਪੈ ਜਾਂਦਾ, ਕਿਉਂਕਿ ਉਹਦੇ ਪਿਛਲੇ ਕੋਈ ਮਾੜੇ ਕਰਮ ਹੁੰਦੇ ਆ। ਜੇ ਅਸੀਂ ਅਰਦਾਸ ਕਰਨੀ ਆ, ਅੱਜ ਚੀਜ਼ਾਂ ਦੀ, ਪਦਾਰਥਾਂ ਦੀ ਅਰਦਾਸ ਨਾ ਕਰੀਏ, ਨਾਮ ਦੀ ਅਰਦਾਸ ਕਰੀਏ। ਨਾਮ ਵਿੱਚ ਸਾਰਾ ਕੁਝ ਹੀ ਆ ਜਾਂਦਾ। ਜੇ ਅਸੀਂ ਆਪਣੇ ਧੀਆਂ ਪੁੱਤਾਂ ਵਾਸਤੇ ਅਰਦਾਸ ਕਰਨੀ ਆ, ਕੋਈ ਹੋਰ ਪਦਾਰਥ ਦੀ ਜਾਂ ਵਿਦੇਸ਼ ਜਾਣ ਦੀ ਨਾ ਕਰੀਏ। ਅਸੀਂ ਸਗੋਂ ਇਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹਨੂੰ ਨਾਮ ਨਾਲ ਜੋੜੀ ਰੱਖੀ, ਕਿਉਂਕਿ ਜਿਹੜਾ ਨਾਮ ਦੇ ਨਾਲ ਜੁੜ ਜਾਂਦਾ ਉਹ ਕਦੇ ਹਾਰਦਾ ਨਹੀਂ।
ਉਹ ਕਦੇ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾਂਦਾ। ਦੁਨੀਆ ਦੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਧੋਖੇ ਖਾ ਸਕਦੇ ਹਾਂ, ਅਸੀਂ ਮਾਇਆ ਦੇ ਅਧੀਨ ਹੋ ਸਕਦੇ ਹਾਂ, ਸਾਡਾ ਜੀਵਨ ਵਿਗੜ ਸਕਦਾ। ਪਰ ਜੇ ਨਾਮ ਦੇ ਵਿੱਚ ਰੱਤੇ ਹੋਏ ਆ, ਸਾਡੀ ਪੈਜ ਰੱਖਣ ਵਾਲਾ ਵੀ ਉਹ ਆ, ਸਾਨੂੰ ਮਾਇਆ ਦਾ ਪ੍ਰਬੰਧ ਕਰਕੇ ਦੇਣ ਵਾਲਾ ਵੀ ਉਹ ਆ। ਨਾਮ ਦੇ ਵਿੱਚ ਭਾਵ ਸਾਰਾ ਕੁਝ ਹੀ ਆ ਜਾਂਦਾ ਹੈ। ਆਪ ਮੁਆ ਮਨ ਮਾਰੀ। ਪਰ ਜੇ ਧੁਰੋਂ ਅਕਾਲ ਪੁਰਖ ਦਾ ਹੋਵੇ ਨਾ, ਕਰਮ ਹੋਵੇ, ਰਹਿਮਤ ਹੋਵੇ, ਤਾਂ ਆਪ ਬੰਦਾ ਆਪਣਾ ਆਪਾ ਅੰਦਰੋਂ ਮਾਰ ਲੈਂਦਾ, ਹੰਕਾਰ ਛੱਡ ਜਾਂਦਾ। ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ। ਹੰਕਾਰ ਦਾ ਤੇ ਨਾਮ ਦਾ ਸਦਾ ਵਿਰੋਧ ਰਿਹਾ। ਜਿਹੜਾ ਬੰਦਾ ਹੰਕਾਰ ਦੇ ਵਿੱਚ ਰਹਿੰਦਾ ਚੱਤੋ ਪੈਰ, ਉਹਨੂੰ ਨਾਮ ਹੀ ਰੱਬ ਦਾ ਯਾਦ ਆ ਸਕਦਾ। ਤੇ ਜਦੋਂ ਉਹਨੂੰ ਨਾਮ ਯਾਦ ਨਹੀਂ ਆਉਣਾ ਤਾਂ ਉਹਨੇ ਆਪਣਾ ਮਨ ਨਹੀਂ ਮਾਰਨਾ, ਤੇ ਜਿਹਨੇ ਮਨ ਨਹੀਂ ਮਾਰਨਾ ਉਹਨੇ ਸਦਾ ਭਟਕਦਾ ਰਹਿਣਾ ਹੈ। ਨਾਨਕ ਨਾਮ ਮਹਾਰਸ ਮੀਠਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਦਾ ਨਾਮ ਆ ਉਹ ਮਹਾਰਸ ਮੀਠਾ ਹੈ, ਸਾਰੇ ਰਸਾਂ ਦੇ ਨਾਲੋਂ ਉੱਤੇ ਹੈ। ਕਿੰਨਾ ਕੁ ਮਿੱਠਾ ਵਾ, ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਤਾ ਨਮਾਜ਼ ਪੜ੍ਹਾਉਣ ਦੇ ਵਾਸਤੇ ਗੁੜ ਸ਼ੱਕਰ ਦੀ ਪੁੜੀ ਜਿਹੜੀ ਉਹਨਾਂ ਦੇ ਮਸੱਲੇ ਦੇ ਥੱਲੇ ਰੱਖਦੀ ਸੀ, ਤੇ ਜਦੋਂ ਇੱਕ ਵਾਰ ਰੱਖਣਾ ਭੁੱਲ ਗਏ ਤਾਂ ਖੁਦਾ ਨੇ ਉਹਨਾਂ ਦੇ ਮਸੱਲੇ ਦੇ ਥੱਲੇ ਸ਼ੱਕਰ ਹੀ ਸ਼ੱਕਰ ਕਰ ਦਿੱਤੀ। ਫਿਰ ਜਦੋਂ ਭਗਤੀ ਕਰਨ ਗਏ, ਨਾਲ ਕਿੰਨੇ ਹੀ ਤਰ੍ਹਾਂ ਦੀਆਂ ਮਿੱਠੀਆਂ ਵਸਤੂਆਂ, ਖੰਡ ਪਦਾਰਥ ਭੇਜੇ, ਤੇ ਜਦੋਂ ਵਾਪਸ ਆਏ ਤਾਂ ਪੁੱਛਿਆ ਕਿ ਪੁੱਤਰ ਮੈਨੂੰ ਇਹ ਗੱਲ ਦੱਸ ਵੀ ਜਿਹੜੀਆਂ ਚੀਜ਼ਾਂ ਮੈਂ ਤੈਨੂੰ ਖਾਣ ਨੂੰ ਦਿੱਤੀਆਂ ਉਹਨਾਂ ਦੇ ਵਿੱਚੋਂ ਨਾਮ ਦੇ ਸਵਾਦ ਵਰਗੀ ਕਿਹੜੀ ਆ? ਤਾਂ ਬਾਬਾ ਜੀ ਨੇ ਫਰਮਾਇਆ ਕਿ ਹੇ ਮਾਂ, ਨਾਮ ਦੇ ਸਵਾਦ ਤੱਕ ਕੋਈ ਵੀ ਦੁਨੀਆ ਦੀ ਵਸਤੂ ਆ ਨਾ ਜਿਹੜੀ, ਉਹ ਪੁੱਜ ਨਹੀਂ ਸਕਦੀ। ਨਾਮ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਮਹਾਰਸ ਮਿੱਠਾ ਹੈ, ਇਸ ਦੇ ਉੱਪਰੋਂ ਮਿੱਠੀ ਚੀਜ਼ ਹੋਰ ਕੋਈ ਨਹੀਂ ਹੈ। ਤ੍ਰਿਸ਼ਨਾ ਨਾਮ ਨਿਵਾਰੀ। ਇਹ ਜਿਹੜਾ ਨਾਮ ਆ ਉਹ ਜਨਮਾਂ ਜਨਮਾਂ ਦੀਆਂ ਭੁੱਖਾਂ ਦੂਰ ਕਰ ਦਿੰਦਾ, ਉਹ ਤ੍ਰਿਸ਼ਨਾ ਦੂਰ ਕਰ ਦਿੰਦਾ, ਉਹ ਭਟਕਣਾ ਦੂਰ ਕਰ ਦਿੰਦਾ। ਭਟਕਣਾ ਕਈ ਤਰ੍ਹਾਂ ਦੀ ਹੁੰਦੀ, ਪੰਜੇ ਵਿਕਾਰ ਸਾਨੂੰ ਭਟਕਣਾ ਵਿੱਚ ਲੈ ਕੇ ਜਾਂਦੇ। ਕਿਸੇ ਨੂੰ ਕਾਮ ਦੀ ਭਟਕਣਾ ਲੱਗੀ ਆ, ਕਿਸੇ ਨੂੰ ਕ੍ਰੋਧ ਦੀ ਲੱਗੀ ਆ, ਕਿਸੇ ਨੂੰ ਲੋਭ ਦੀ ਲੱਗੀ ਆ, ਕਿਸੇ ਨੂੰ ਮੋਹ ਦੀ ਲੱਗੀ ਆ, ਕਿਸੇ ਨੂੰ ਹੰਕਾਰ ਦੀ ਲੱਗੀ ਆ। ਇਹ ਜਿੰਨੀਆਂ ਵੀ ਵਿਕਾਰੀ ਭਟਕਣਾਵਾਂ ਨੇ, ਅਕਾਲ ਪੁਰਖ ਵਾਹਿਗੁਰੂ ਹੀ ਆਪਣੀ ਕਿਰਪਾ ਕਰਕੇ ਨਾਮ ਦੇ ਕੇ ਬੰਦੇ ਨੂੰ ਇਨ੍ਹਾਂ ਭਟਕਣਾ ਤੋਂ ਦੂਰ ਕਰ ਸਕਦਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਨਾਮ ਦੀ ਬਖਸ਼ਿਸ਼, ਸਾਨੂੰ ਬਾਣੀ ਬਾਣੇ ਦੀ ਬਖਸ਼ਿਸ਼ ਕਰਨ, ਤੇ ਅਸੀਂ ਵੀ ਇਸ ਰੱਬੀ ਮਾਰਗ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਆਓ ਅਖੀਰਲੀਆਂ ਪੰਕਤੀਆਂ ਫੇਰ ਸਰਵਣ ਕਰਕੇ ਫਤਿਹ ਗਜਾਈਏ ਜੀ। ਕਰਨੀ ਕਾਰ ਧੁਰੋਂ ਫੁਰਮਾਈ, ਆਪ ਮੁਆ ਮਨ ਮਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।